ना एडा वधिया रखा कि टीवियां दे विच पै गया, हाहाकार मच गई कि NDA वर्सेज इंडिया। हुण NDA वर्सेज इंडिया किवें हो सकदा, बनाम इंडिया। बिल्कुल भी तुसीं इंडिया दे इंडिया ते वो कहिंदे भी असीं उहदे ते ना ही है। उन्होंने कईयां ने यह भी चक के कह दिता कि इंडिया का मतलब भारत, ते भारत भजाएगी भाजपा नूं, इधर नूं भी लोग जाने जिन्ने मूँह उन्नियां गल्लां सारियां। ये तो सबसे भ्रष्ट चेहरे यहाँ देश के यहाँ इकट्ठे हो गए हैं। 20 लाख करोड़ रुपए का भ्रष्टाचार जिन लोगों ने किया हुआ है वो वहां जाके एक जगह बैठ गए हैं। ये भ्रष्ट पार्टी है, ये अति भ्रष्ट लोग वहां इकट्ठे हो गए, उनका जमावड़ा। अरे बाबा कोई गल कहो तुसी। मैं ये कहना कि लोगों की ਉਹਦੇ ਨਾਲ ਸਿੰਪਥੀ बनी यार, एक की है यार निक्की जी गल दे उत्ते ਉਹਨੂੰ ਤੁਸੀਂ पार्लीमेंट च ਚੱਕ के बाहर मारिया। फिर होर अगली गल कि नहीं ਇਹਦਾ घर खाली कराओ, वो कहता जी मैं कर देना, ਉਹਦਾ समान चुक के भी बाहर रखता, वो घर भी खाली करा लिया तुरंत। जो MP की सीट नहीं रही तो फिर तुसी घर भी नहीं रख सकते। कि पिछली बारी भी BJP ने जो 303 सीटां लिया तो इन्होंने वोटां पता कितनियां सी, 34%। BJP की मैं गल कर रहा। ਇਹਦਾ मतलब यह है कि ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਕੋਲ ਤੇ ਅੱਧੋਂ ਵੱਧ ਤੇ ਵੋਟਾਂ ਪਹਿਲਾਂ ਹੀ ਪਿਛਲੀ ਵਾਰੀ ਵੀ ਸੀਗੀਆਂ। ਜੇ ਉਹ ਆਮਣੇ ਸਾਹਮਣੇ ਹੋ ਜਾਣ ਤੇ ਇਹਨਾਂ ਦਾ ਤੇ ਹੁੰਜਾ ਫੇਰ ਦੇਣਗੇ, ਇਹਨਾਂ ਨੂੰ ਤੇ ਜੜੋਂ ਪੱਟ ਕੇ ਸੁੱਟ ਦੇਣਗੇ। ਮਗਰੋਂ ਭਾਵੇਂ 10 ਸਾਲ ਨਾਲ ਪੈਰ ਲੱਗਣੇ, 2050 ਤੱਕ ਸੋਚਦੇ ਵੀ ਅਸੀਂ ਜਾਣਾ ਨਹੀਂ। ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਇਸ ਦਹਿਸ਼ਤ ਨੇ ਤੇ ਇਸ ਸਰਕਾਰੀ ਤੌਰ ਤੇ ਹੋ ਰਹੀ ਬੁਰਸ਼ਾਗਰਦੀ ਨੇ ਉਹਨਾਂ ਨੂੰ ਇੰਨਾ ਡਰਾਤਾ, ਅੰਦਰੋਂ ਇੰਨਾ ਧਮਕਾਤਾ ਕਿ ਉਹਨਾਂ ਨੂੰ ਲੱਗਾ ਕਿ ਜੇ ਹੁਣ ਇਸ ਵੇਲੇ ਬਚਾਅ ਆ ਤੇ ਬਸ ਇਸੇ ਗੱਲ 'ਚ ਕਿ ਆਪਾਂ ਇਕੱਠੇ ਹੋ ਜਾਈਏ ਤੇ ਘੱਟੋ ਘੱਟ ਜਿਹੜੀ ਇਹ ਸੱਤਾ NDA ਦੀ ਸੱਤਾ ਆ ਜਾਂ ਮੋਦੀ ਹੁਣਾਂ ਦੀ ਸਰਕਾਰ ਆ, ਇਸ ਨੂੰ ਦੁਬਾਰਾ ਸੱਤਾ 'ਚ ਕਿਸੇ ਰੂਪ 'ਚ ਵੀ ਆਉਣਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਇਹਦਾ ਫੈਸਲਾ ਕਰ ਲਈਏ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਦੀਪ, ਤੁਸੀਂ ਦੇਖ ਰਹੇ ਹੋ ਕਾਂਸ਼ੀ TV। ਅੱਜ ਫੇਰ ਹਾਜ਼ਰ ਹਾਂ ਪ੍ਰੋਗਰਾਮ ਭਗਤ ਦੇ ਮਸਲੇ ਲੈ ਕੇ। ਸਾਡੇ ਨਾਲ ਹਾਜ਼ਰ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ। ਪ੍ਰੋਫੈਸਰ ਸਾਹਿਬ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਗੁਰਦੀਪ। ਪ੍ਰੋਫੈਸਰ ਸਾਹਿਬ, ਆਪਾਂ ਦੇਖਿਆ ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਵਿਰੋਧੀ ਪਾਰਟੀਆਂ ਸੀ, ਜਿਹੜੀਆਂ ਪ੍ਰੈਜ਼ੈਂਟ ਗਵਰਨਮੈਂਟ ਦੇ ਅਗੇਂਸਟ ਪਾਰਟੀਆਂ ਨੇ, ਉਹਨਾਂ ਦੇ ਚਾਹੇ ਆਪਸ ਵਿੱਚ ਕਿੰਨੇ ਵਿਚਾਰ ਤਕਰਾਰ ਨੇ, ਉਹ ਹੁਣ ਇਕੱਠੇ ਹੋ ਕੇ ਉਹਨਾਂ ਨੇ ਇੱਕ ਜਿਹੜਾ ਇੰਡੀਆ ਨਾਮ ਦਾ ਇੱਕ ਦਲ ਬਣਾਇਆ ਹੈ। ਤੇ ਉਸ ਮੀਟਿੰਗ ਤੋਂ ਬਾਅਦ ਜਿਹੜੀ ਮੋਦੀ ਸਰਕਾਰ ਆ ਇੰਨੀ ਬੁਰਖਲਾਈ ਹੋਈ ਆ ਕਿ ਇਹਨਾਂ ਨੇ ਵੀ ਦੁਬਾਰਾ ਜਿਹੜਾ NDA ਵਾਲਾ ਅਲਾਈਅੰਸ ਦੁਬਾਰਾ ਕਰਕੇ ਕੱਲ ਮੀਟਿੰਗ ਕੀਤੀ ਹੈ। ਉਸ ਮੀਟਿੰਗ 'ਚ ਉਹਨਾਂ ਦੇ ਕੀ ਏਜੰਡੇ ਰਹੇ ਨੇ? ਦੇਖੋ, ਇਹ ਵਿਰੋਧੀ ਦਲਾਂ ਦੀ ਦੂਸਰੀ ਮੀਟਿੰਗ ਹੈ ਜੀ। ਪਹਿਲੀ 23 ਜੂਨ ਨੂੰ ਪਟਨੇ ਦੇ ਵਿੱਚ ਮੀਟਿੰਗ ਹੋਈ ਸੀ, ਜਿਸ 'ਚ 15 ਵਿਰੋਧੀ ਪਾਰਟੀਆਂ ਆਈਆਂ ਸੀ। ਹੁਣ ਜਿਹੜੀ ਮੀਟਿੰਗ ਹੋਈ ਹੈ ਬੈਂਗਲੁਰੂ ਦੇ ਵਿੱਚ ਕਰਨਾਟਕਾ 'ਚ, ਉਹਦੇ 'ਚ 26 ਪਾਰਟੀਆਂ ਇਕੱਠੀਆਂ ਹੋਈਆਂ। ਔਰ ਇੱਕ ਜਿਹੜਾ ਵਿੱਚ ਫਾਨਾ ਠੋਕਿਆ ਹੋਇਆ ਸੀ ਕੇਜਰੀਵਾਲ ਨੇ ਕਿ ਜੇ ਮੇਰੇ ਵਿਰੁੱਧ ਜਿਹੜਾ ਆਰਡੀਨੈਂਸ ਆ ਰਿਹਾ ਆ ਪਾਰਲੀਮੈਂਟ 'ਚ ਤੇ ਜੇ ਕਾਂਗਰਸ ਉਹਦੇ ਵਿਰੁੱਧ ਨਹੀਂ ਮੈਨੂੰ ਭਰੋਸਾ ਦਿੰਦੀ ਮੈਂ ਨਹੀਂ ਆਉਣਾ, ਤੇ ਕਾਂਗਰਸ ਨੇ ਕਹਿਤਾ ਤੇ ਉਹ ਵੀ ਉੱਥੇ ਚਲੇ ਗਏ। ਉੱਥੇ ਤੁਸੀਂ ਦੇਖਿਆ ਕਿ ਜਮਾਵੜਾ ਬੜਾ ਤਕੜਾ ਸੀ। 4 ਘੰਟੇ ਮੀਟਿੰਗ ਚੱਲੀ ਔਰ ਉਹਦੇ 'ਚ ਜਿਹੜੇ ਮੁੱਖ ਤੌਰ ਤੇ ਫੈਸਲੇ ਹੋਏ ਆ, ਸਭ ਤੋਂ ਪਹਿਲਾਂ ਕਿ ਨਾਮਕਰਨ, ਨਾਮ ਕੀ ਹੋਏ, ਬੱਚਾ ਤੇ ਜੰਮ ਪਿਆ ਜੀ, ਇਹਦਾ ਹੁਣ ਕੋਈ ਨਾ ਕੋਈ ਪੰਡਿਤ ਤੋਂ ਵਿਖਾਉਣਾ ਜਾਂ ਕਿਹਦੇ ਤੋਂ ਕਰਨਾ ਜੀ। ਉਹ ਜਿਹੜੇ ਵੀ ਵੱਡੇ ਵੱਡੇ ਪੰਡਤਾਂ ਤੋਂ ਦਿਖਾਇਆ ਤੇ ਬੱਚੇ ਦਾ ਨਾਂ ਇਹੀ ਨਿਕਲਿਆ ਵੀ ਇਹਦਾ ਨਾਂ ਰੱਖ ਦਿਓ ਇੰਡੀਆ ਜੀ, ਕਿਉਂਕਿ ਜੇ ਇੰਡੀਆ ਨੂੰ ਹੀ ਕੁੱਟ ਪੈ ਰਹੀ ਹੈ ਤੇ ਇੰਡੀਆ ਨੂੰ ਹੀ ਅੱਛਾ ਇਹਦਾ 'ਚ ਹਿੰਦੀ 'ਚ ਨਾਂ ਨਹੀਂ ਰੱਖਿਆ, ਇਹ ਵੀ ਗੱਲ ਕਹਿ ਦਈਏ ਕਿਉਂਕਿ ਸਾਡੇ ਕੋਲ ਸਾਊਥ ਇੰਡੀਆ ਵੀ ਹੈਗਾ ਬਿਲਕੁਲ, ਜਿੱਥੇ ਇੱਕਦਮ ਐਂਟੀ ਹਿੰਦੀ ਮੂਵਮੈਂਟ ਜਿਹੜੀਆਂ ਬੜੀਆਂ ਚੱਲਦੀਆਂ ਨੇ, ਕਿਉਂਕਿ ਉਹ ਕਹਿੰਦੇ ਕਿ ਸਾਡੀਆਂ ਆਪਣੇ, ਇਸ ਕਰਕੇ ਸਾਨੂੰ ਵਾਇਆ ਲੰਡਨ ਹੀ ਨਾਂ ਰੱਖਣਾ ਪਿਆ ਇੰਡੀਆ ਹੀ, ਜਿਹੜਾ ਸਾਡੇ ਅੰਗਰੇਜ਼ ਇੱਥੇ ਛੱਡ ਗਏ। ਤੇ ਉਹਦਾ ਨਾਂ ਇੰਡੀਆ ਦਾ ਮਤਲਬ ਜਿਹੜਾ ਉਹ ਆਪਣੇ ਆਪ 'ਚ ਜਿਹੜੇ ਵੀ ਰਾਜਨੀਤਿਕ ਪੰਡਿਤ ਨੇ ਟੇਵਾ ਲਾ ਕੇ ਨਾਂ ਰੱਖਿਆ ਤੇ ਜਿਹੜਾ ਪਾਸ ਹੋ ਗਿਆ, ਉਹਦੇ ਅਰਥ ਆਪਣੇ ਆਪ 'ਚ ਬੜੇ ਗਹਿਰੇ ਆ। ਇੰਡੀਆ ਦਾ ਮਤਲਬ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ। ਮੈਂ ਫਿਰ ਇੱਕ ਵਾਰੀ ਕਹਿ ਦਿੰਦਾ, ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ। ਹੁਣ ਇਹ ਇੰਡੀਅਨ ਤੇ ਚਲੋ ਇੰਡੀਅਨ ਹੀ ਹੋ ਗਿਆ, ਉਹ ਤੇ ਇੰਡੀਆ ਦੇ ਵਿੱਚ ਹੀ ਆ ਗਿਆ। ਬਿਲਕੁਲ। ਨੈਸ਼ਨਲ ਇਸ ਕਰਕੇ ਕਿਉਂਕਿ ਉਹ ਨੈਸ਼ਨਲ NDA ਉੱਧਰ ਬਣੀ ਹੋਈ ਹੈ, ਡੈਮੋਕ੍ਰੇਟਿਕ ਅਲਾਇੰਸ।
ਨਾ ਉੱਥੇ ਡੈਮੋਕ੍ਰੇਸੀ ਆ, ਨਾ ਉਹ ਨੈਸ਼ਨਲ ਵਾਲੀ ਉਸ ਤਰ੍ਹਾਂ ਗੱਲ ਕਰਦੇ, ਕਿਉਂਕਿ ਘੱਟ ਗਿਣਤੀਆਂ ਤੋਂ ਤਾਂ ਨੇੜੇ ਸਮਝਦੇ ਹੀ ਨਹੀਂ। ਤੇ ਡਿਵੈਲਪਮੈਂਟ ਇਹ ਹੈ ਕਿ ਅਸੀਂ ਇਕੱਠੇ ਤਾਂ ਹੋਏ ਹਾਂ ਕਿ ਦੇਸ਼ ਦੇ ਵਿੱਚ ਵਿਕਾਸ ਨਹੀਂ ਹੋ ਰਿਹਾ। ਇਹ ਜਿਹੜਾ ਪਲੇਟਫਾਰਮ ਆ ਉਸ ਵਿਕਾਸ ਨੂੰ ਪਹਿਲਾਂ ਵਾਂਗੂ ਫਿਰ ਜਿਵੇਂ ਮਨਮੋਹਨ ਸਿੰਘ ਦੇ ਵੇਲੇ ਤੇਜ਼ ਰਫ਼ਤਾਰ 'ਚ ਪਾਇਆ, ਅਸੀਂ ਇਸ ਪਰਪਸ ਲਈ, ਇਹ ਸਾਡਾ ਮਕਸਦ ਆ, ਇਸ ਲਈ ਇਹਦਾ ਨਾਂ ਸ਼ਬਦ ਡਿਵੈਲਪਮੈਂਟਲ ਵੀ ਆਉਣਾ ਚਾਹੀਦਾ। ਇਨਕਲੂਸਿਵ ਇਸ ਕਰਕੇ ਆਇਆ ਕਿਉਂਕਿ ਉਸ ਜਿਹੜੀ ਰਾਜਨੀਤੀ ਵਿਰੋਧੀ ਪਾਰਟੀ ਦੀ, NDA ਦੀ, ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਦੀ, BJP ਧੜੇ ਦੀ ਹੈਗੀ ਹੈ, ਉਹ ਐਕਸਕਲੂਸਿਵ ਆ। ਉਹ ਕਹਿੰਦੇ ਕਿ ਅਸੀਂ ਤੇ ਹਿੰਦੂ ਰਾਸ਼ਟਰ, ਹਿੰਦੂਤਵਾ, ਅਸੀਂ ਤੇ ਬਸ ਇੱਕੋ ਹੀ ਜਿਹੜੀ ਮੈਜੋਰਿਟੀ ਕਮਿਊਨਿਟੀ ਆ, ਕਹਿੰਦੇ ਤੇ ਹੈ ਸਭ ਦਾ ਵਿਕਾਸ, ਫਲਾਨਾ ਟਮਕਾਣਾ, ਗੱਲਾਂ ਬਹੁਤ ਕਰਦੇ ਆ। ਮੋਦੀ ਜੀ ਨੇ ਕੱਲ੍ਹ ਇਸ ਗੱਲ ਤੇ ਬੜਾ ਦਿੱਤਾ, ਅਸੀਂ ਤੇ ਵਿਰੋਧੀ ਪਾਰਟੀਆਂ ਨੂੰ ਵੀ ਨਾਲ ਲੈ ਕੇ ਚੱਲਦੇ ਹਾਂ, ਸਾਡੇ ਤੇ ਕੋਈ ਐਕਸਕਲੂਜਨ ਨਹੀਂ, ਡਰ ਗਏ। ਪਰ ਪਤਾ ਸਾਰਿਆਂ ਨੂੰ ਹੈ ਕਿ ਜਿਹੜੀਆਂ ਘੱਟ ਗਿਣਤੀਆਂ, ਖਾਸ ਕਰਕੇ ਜਿਹੜੀਆਂ ਦੋ ਵੱਡੀਆਂ ਘੱਟ ਗਿਣਤੀਆਂ ਹੈਗੀਆਂ, ਕ੍ਰਿਸਚੀਅਨ ਤੇ ਮੁਸਲਿਮ, ਇਹਨਾਂ ਦੋਵਾਂ ਨੂੰ ਤੇ ਉਹ ਬਿਲਕੁਲ ਤੱਤੇ ਚਿਮਟੇ ਨਾਲ ਨਹੀਂ ਛੂਹਦੇ। ਤੇ ਮੁਸਲਮਾਨਾਂ ਨੂੰ ਤਾਂ ਟਾਰਗੇਟ ਕਰਕੇ ਕਦੀ ਪਾਕਿਸਤਾਨ ਦਾ ਨਾਂ, ਕਦੇ ਉਹਦਾ ਨਾਂ, ਕਦੇ ਉਹਦਾ ਨਾਂ। ਉਸ ਕਰਕੇ ਇਹਨਾਂ ਨੇ ਕਿਹਾ ਕਿ ਸਾਡਾ ਅਲਾਇੰਸ ਇਨਕਲੂਸਿਵ ਹੋਊਗਾ, ਉਹ 'ਚ ਦਲਿਤ ਔਰ ਬੋਲਿਆ ਵੀ ਗਿਆ ਸੀ, ਬਿਲਕੁਲ ਜੀ, ਦਲਿਤ, ਔਰਤਾਂ, ਜਿਹੜੇ ਨਾਰਥ ਈਸਟ ਦੇ ਛੋਟੇ ਛੋਟੇ ਐਥਨਿਕ ਗਰੁੱਪ, ਭਾਸ਼ਾਵਾਂ ਔਰ ਆਦੀਵਾਸੀ, ਇਹਦੇ 'ਚ ਗਰੀਬ, ਸਾਰੇ ਜਿਨ੍ਹਾਂ ਨੂੰ ਵੀ ਅਸੀਂ ਹਾਸ਼ੀਆਗ੍ਰਸਤ ਸੈਕਸ਼ਨ ਮੰਨਦੇ ਹਾਂ ਸਮਾਜ ਦੇ ਅੰਦਰ, ਉਹ ਸਾਰੇ ਅਸੀਂ ਉਸ ਨੂੰ ਅੰਦਰ ਇੱਕ ਉਹਦੀ ਬਣਦੀ ਜਗ੍ਹਾ ਦੇ ਕੇ ਰੱਖਾਂਗੇ। ਇਹ ਉਹਦਾ ਹੋ ਗਿਆ ਅਲਾਇੰਸ ਦਾ ਮਤਲਬ ਵੀ ਅਸੀਂ ਅਲਾਇੰਸ ਆ, ਮਰਜਰ ਨਹੀਂ ਹੈ। ਸਾਡਾ ਇੱਕ ਆਪਸ ਵਿੱਚ ਤਾਲਮੇਲ ਆ, ਇੱਕ ਤਾਲਮੇਲ। ਜਿਹੜੀਆਂ ਪਾਰਟੀਆਂ 26 ਹੋਈਆਂ, ਕੱਲ੍ਹ ਨੂੰ 36 ਵੀ ਹੋ ਸਕਦੀਆਂ, 30 ਵੀ ਹੋ ਸਕਦੀਆਂ, 2-4 ਘੱਟ ਵੀ ਸਕਦੀਆਂ, ਇਹ 'ਚ ਕਿਹੜੀ ਗੱਲ ਹੈ, ਕੋਈ ਜਾ ਵੀ ਸਕਦਾ ਜਿਹਨੂੰ ਨਾ ਸੂਟ ਕਰੇ ਤਾਂ। ਪਰ ਓਵਰਆਲ ਜੇ ਟ੍ਰੈਂਡ ਪਹਿਲੀ ਮੀਟਿੰਗ ਤੋਂ ਹੁਣ ਤੱਕ ਦੇਖੀਏ ਤੇ ਜਮਾਵੜਾ ਕਾਫੀ ਵਧਿਆ, ਸਾਰੇ ਬੜੇ ਖੁਸ਼ ਹੋਏ, ਵਧੀਆ ਉੱਥੇ ਚਰਚਾਵਾਂ ਹੋਈਆਂ। ਤੇ ਸਭ ਤੋਂ ਵੱਡੀ ਜਿਹੜੀ ਅਚੀਵਮੈਂਟ ਆ, ਜਿਹੜੀ ਹੋਣ ਵਾਲੀ ਬੈਂਗਲੁਰੂ ਦੀ ਮੀਟਿੰਗ ਦੀ ਵਿੱਚ ਆ, ਦੂਜੀ ਮੀਟਿੰਗ, ਉਹਦੇ 'ਚ ਇਹੀ ਹੈ ਕਿ ਨਾ ਐਡਾ ਵਧੀਆ ਰੱਖਿਆ ਕਿ ਤੇ ਟੀਵੀਆਂ ਦੇ ਵਿੱਚ ਪੈ ਗਿਆ, ਹਾਹਾਕਾਰ ਮੱਚ ਗਈ ਕਿ NDA ਵਰਸਸ ਇੰਡੀਆ। ਹੁਣ NDA ਵਰਸਸ ਇੰਡੀਆ ਕਿਵੇਂ ਹੋ ਸਕਦਾ, ਬਨਾਮ ਇੰਡੀਆ? ਬਿਲਕੁਲ ਜੀ, ਵੀ ਤੁਸੀਂ ਇੰਡੀਆ ਤੇ ਉਹ ਕਹਿੰਦੇ ਵੀ ਅਸੀਂ ਉਹਦੇ ਤੇ ਨਾ ਹੀ ਹੈ। ਉਹਨਾਂ ਨੇ ਕਈਆਂ ਨੇ ਇਹ ਵੀ ਚੱਕ ਕੇ ਕਹਿ ਦਿੱਤਾ ਕਿ ਇੰਡੀਆ ਦਾ ਮਤਲਬ ਭਾਰਤ, ਤੇ ਭਾਰਤ ਭਜਾਏਗੀ ਭਾਜਪਾ ਨੂੰ। ਇੱਧਰ ਨੂੰ ਵੀ ਲੋਕ ਜਿਹੜੇ ਤੇ ਜਿੰਨੇ ਮੂੰਹ ਉਨੀਆਂ ਗੱਲਾਂ ਸਾਰੀਆਂ। ਹੁਣ ਕਿਉਂਕਿ ਉਹਦਾ ਨਾਂ ਹੀ ਭਾਜਪਾ ਆ, ਭਾਜਪਾ ਲੈਡ NDA ਹੈਗਾ, ਕਈ ਕੁਛ ਇੱਥੇ ਚੱਲ ਰਿਹਾ ਕੱਲ੍ਹ ਦਾ। ਪਰ ਇਹ ਮੀਡੀਆ ਨੇ ਜਿਵੇਂ ਧਮਾਤਾ, ਉਹਦੇ ਲਈ ਜਿਹੜਾ ਨਾਮਕਰਨ ਇਹੋ ਜਿਹਾ ਰੱਖਤਾ, ਉਸ ਕੜਿੱਕੇ 'ਚੋਂ ਨਿਕਲ ਲਈ ਅਜੇ ਤੱਕ ਮੋਦੀ ਤੇ ਮੋਦੀ ਦੀ ਟੀਮ ਨੂੰ, ਪ੍ਰਧਾਨ ਮੰਤਰੀ ਦੀ ਟੀਮ ਨੂੰ ਕੋਈ ਰਸਤਾ ਨਹੀਂ ਨਜ਼ਰ ਆ ਰਿਹਾ। ਉਹ ਬੜੇ ਇਸ ਨਾਂ ਤੋਂ ਹੀ ਘਬਰਾ ਗਏ। ਵੈਸੇ ਉੱਥੇ ਜਿਹੜੇ ਹੋਰ ਫੈਸਲੇ ਹੋਏ ਮੈਂ ਸ਼ਾਰਟ 'ਚ ਦੱਸ ਦਿਆਂ। 11 ਮੈਂਬਰੀ ਕੋਆਰਡੀਨੇਸ਼ਨ ਟੀਮ ਬਣੂਗੀ। ਅਜੇ ਕੋਈ ਚਿਹਰੇ ਚੂਰੇ ਦੀ ਗੱਲ ਨਹੀਂ ਹੋਈ, ਕੋਈ ਕਨਵੀਨਰ ਦੀ ਗੱਲ ਨਹੀਂ ਹੋਈ। ਉਹ ਅਗਲੀ ਮੀਟਿੰਗ ਬੰਬਈ 'ਚ ਹੋਣੀ ਆ, ਬੰਬੇ 'ਚ, ਮੁੰਬਈ 'ਚ। ਉਹ ਕਿਸੇ ਵੇਲੇ ਵੀ ਉਹ NCP ਤੇ ਹੋਰ ਜਿਹੜੀ ਸ਼ਿਵ ਸੈਨਾ, ਉਧਵ ਠਾਕਰੇ ਵਾਲੇ ਆ, ਉਹ ਮਿਲ ਕੇ ਉਸ ਮੀਟਿੰਗ ਨੂੰ ਹੋਸਟ ਕਰਨਗੇ ਤੇ ਉਹਦੇ ਵਿੱਚ ਇਹ ਵੀ ਫੈਸਲਾ ਹੋ ਜਾਊਗਾ। ਵੈਸੇ ਅਖਬਾਰਾਂ 'ਚ, ਮੈਂ ਕੱਲ੍ਹ ਤੇ ਨਹੀਂ ਮੈਨੂੰ ਪਤਾ ਲੱਗਾ ਰੌਲੇ 'ਚ, ਪਰ ਅਖਬਾਰਾਂ 'ਚ ਇਹ ਵੀ ਪੜ੍ਹਨ ਨੂੰ ਆਇਆ ਕਿ ਉਹ ਇੱਕ ਕਾਸਟ ਦਾ ਸੈਂਸਸ ਵੀ ਕਰਨਗੇ, ਜਿਹੜਾ ਬਿਹਾਰ ਦੇ ਵਿੱਚ ਇਹ ਹੁਣ ਰੋਕ ਰਹੇ ਆ। ਇਹਨਾਂ ਕੋਲ ਡਾਟਾ ਹੈ, ਜਿਹੜਾ ਕਾਸਟ ਦਾ ਸੈਂਸਸ ਦਾ ਪਿਛਲੀ ਵਾਰੀ ਹੋਇਆ ਸੀਗਾ, ਸਪੈਸ਼ਲ ਸੈਂਸਸ ਕੀਤਾ ਗਿਆ ਸੀ, ਸੋਸ਼ੀਓ ਇਕਨੋਮਿਕ ਸੈਂਸਸ, ਤੁਹਾਨੂੰ ਯਾਦ ਹੈ, ਸੈਂਸਸ ਤੋਂ ਬਾਅਦ ਦੁਬਾਰਾ ਕੀਤਾ ਗਿਆ ਸੀ। ਉਹਦਾ ਡਾਟਾ ਇਹਨਾਂ ਕੋਲ ਹੈਗਾ ਆ, BJP ਕੋਲ। ਪਰ ਵਿਰੋਧੀ ਪਾਰਟੀਆਂ ਕੋਲ ਡਾਟਾ ਨਾ ਹੋਣ ਕਰਕੇ ਮੈਨੂੰ ਲੱਗਦਾ ਕਿ ਉਹ ਕਹਿ ਰਹੇ ਕਿ ਜੇ ਅਸੀਂ ਸੱਤਾ ਚਾਹਾਂਗੇ ਤਾਂ ਅਸੀਂ ਉਹ ਡਾਟਾ ਵੀ ਜਨਰੇਟ ਕਰਾਂਗੇ, ਤਾਂ ਕਿ ਸਾਨੂੰ ਖਾਸ ਸੈਕਸ਼ਨ ਆਜ਼ਾਦੀ ਤੋਂ ਬਾਅਦ ਜਿਹੜੇ ਬਿਲਕੁਲ ਹੀ ਉੱਪਰ ਨਹੀਂ ਉੱਠ ਸਕੇ, ਉਹਨਾਂ ਦੇ ਉੱਤੇ ਬਹੁਤ ਸਾਰੀਆਂ ਸਕੀਮਾਂ ਨੂੰ ਫੋਕਸ ਕੀਤਾ ਜਾ ਸਕੇ। ਹੋਰ ਕਮੇਟੀ ਇੱਕ ਇਸ ਗੱਲ ਹੀ ਬਣੂਗੀ ਕਿ ਘੱਟੋ ਘੱਟ ਸਾਡਾ ਕਾਮਨ ਮਿਨੀਮਮ ਪ੍ਰੋਗਰਾਮ ਕੀ ਹੋਵੇ। ਬਿਲਕੁਲ ਜੀ, ਇਸ ਲਈ ਇਹ ਸਾਰੀਆਂ ਗੱਲਾਂ ਅਗਲੀ ਮੀਟਿੰਗ 'ਚ ਤੈਅ ਹੋਣਗੀਆਂ। ਔਰ ਇਸ ਦਾ ਜਿਹੜੇ ਸਾਡੇ ਖੜਗੇ ਸਾਹਿਬ ਆ ਕਾਂਗਰਸ ਦੇ, ਉਹ ਮੇਨ ਇਸ ਗੱਲ ਦੇ, ਇਸ ਮੀਟਿੰਗ ਦੇ ਹੋਸਟ ਸੀਗੇ। ਉਹਨਾਂ ਨੇ ਕਨਵੀਨ ਵੀ ਕੀਤੀ ਹੈ ਸਾਰੀ ਮੀਟਿੰਗ। ਔਰ ਇਸ ਤਰੀਕੇ ਨਾਲ ਹਰ ਵਾਰੀ ਮੇਰੇ ਖਿਆਲ ਮੀਟਿੰਗ ਦਾ ਕਨਵੀਨਰ ਜਿੱਥੇ ਵੀ ਹੋਸਟ ਹੋਇਆ ਕਰੂਗੀ ਉਹ ਬਦਲਿਆ ਕਰਨਗੇ, ਇਸ ਤਰ੍ਹਾਂ ਮੈਨੂੰ ਲੱਗਦਾ। ਕਿਉਂਕਿ ਪਿਛਲੀ ਵਾਰੀ ਨਿਤਿਸ਼ ਹੁਣੀ ਤੇ ਲਾਲੂ ਹੁਣੀ ਉੱਥੇ ਬਿਹਾਰ ਪਟਨੇ ਦੇ ਵਿੱਚ ਇਸ ਗੱਲ ਨੂੰ ਕਨਵੀਨ ਕਰ ਰਹੇ ਸੀਗੇ। ਉਹ ਮੀਟਿੰਗ ਦੇ ਵਿੱਚ ਕੇਜਰੀਵਾਲ ਜੀ ਬੋਲੇ, ਮਮਤਾ ਬੈਨਰਜੀ ਬੋਲੀ, ਰਾਹੁਲ ਗਾਂਧੀ ਬੋਲੇ। ਬਾਅਦ ਵਿੱਚ ਪ੍ਰੈਸ ਕਾਨਫਰੰਸ ਤੋਂ ਬਾਅਦ ਮੀਟਿੰਗ ਤੋਂ ਬਾਅਦ ਜਿਹੜੀ PC, ਹਾਂ, ਉਹਦੇ ਵਿੱਚ ਇਹ ਬੋਲੇ ਹੈ
ਤਾਂ ਹੋਰ ਵੀ ਕਈ ਬੰਦੇ ਬੋਲੇ ਹੋਣਗੇ, ਹੋ ਸਕਦਾ ਮੇਰੇ ਨੋਟਿਸ 'ਚ ਨਹੀਂ ਹੋਣ, ਪਰ ਉਹਨਾਂ ਦੇ ਵਿੱਚ ਇੰਜ ਨਹੀਂ ਸੀ ਕਿ ਵੀ ਉਹ ਸਾਰੇ ਹੀ ਇਕੱਠੇ ਹੋ ਕੇ ਜ਼ਰੂਰੀ ਉਹਨਾਂ ਨੇ ਬੋਲਣਾ ਸੀ। 4-5 ਬੰਦਿਆਂ ਨੇ ਸਾਰਾ ਜਿਹੜਾ ਮੁੱਖ ਆਈਡੀਆ ਸੀਗਾ ਉਹ ਉੱਥੇ ਰੱਖਿਆ ਜੀ ਪ੍ਰੋਫੈਸਰ ਸਾਹਿਬ। ਹਾਂ, ਇਸ ਤੋਂ ਇਲਾਵਾ ਇਹ ਮੀਟਿੰਗ ਤਾਂ ਜਿਵੇਂ ਆਪਾਂ ਪਹਿਲਾਂ ਹੋਈ ਸੀ, ਪਹਿਲਾਂ ਵੀ ਆਪਾਂ ਚਰਚਾ ਕਰ ਰਹੇ ਸੀ, ਇਸ ਤੋਂ ਇਲਾਵਾ ਜਿਹੜੀ ਮੋਦੀ ਸਰਕਾਰ ਆ, ਮੋਦੀ ਸਰਕਾਰ ਨੂੰ ਹੁਣ ਕਿਉਂਕਿ ਜ਼ਿਆਦਾਤਰ ਲੀਡਰ ਵੀ ਇਹੀ ਸਟੇਟਮੈਂਟ ਦੇ ਰਹੇ ਨੇ ਕਿ ਇੰਡੀਆ ਦੇ ਖਿਲਾਫ ਦੂਸਰੀ ਕੋਈ ਚੀਜ਼ ਹੋਊਗੀ ਤਾਂ ਇੰਡੀਆ ਦੇ ਖਿਲਾਫ ਹੋਊਗੀ। ਸਿੱਧਾ ਉਹਨਾਂ ਨੇ ਵੀ ਇਹਨਾਂ ਵਾਲੀ ਜਿਹੜੀ ਆ ਰਾਜਨੀਤੀ ਵਰਤੀ ਆ। ਤੇ ਹੁਣ ਮੋਦੀ ਸਰਕਾਰ ਆ, ਇਹਨਾਂ ਨੂੰ ਆ ਕੇ ਜਿਹੜਾ ਰਾਮ ਵਿਲਾਸ ਪਾਸਵਾਨ ਦਾ ਜਿਹੜਾ ਬੇਟਾ ਸੀ ਉਹ ਵੀ ਆ ਕੇ, ਚਿਰਾਗ ਪਾਸਵਾਨ ਆ ਕੇ ਮਿਲਿਆ, ਸਪੈਸ਼ਲ ਅਮਿਤ ਸ਼ਾਹ ਨੂੰ ਆ ਕੇ ਮਿਲਿਆ, ਹੋਰ ਵੀ ਛੋਟੀਆਂ ਪਾਰਟੀਆਂ ਆ ਕੇ ਉਹਨਾਂ ਨੇ ਇਹਨਾਂ ਦੇ ਨਾਲ ਮਿਲ ਕੇ ਮੀਟਿੰਗ ਕੀਤੀ ਆ। ਤੇ ਇਹਨਾਂ ਨੇ ਇੰਨੀ ਜਲਦੀ ਮੀਟਿੰਗ ਪਹਿਲਾਂ ਕਦੇ ਵੀ ਨਹੀਂ ਕੀਤੀ ਹੈਗੀ, ਨਾ ਕੋਈ ਪ੍ਰੈਸ ਕਾਨਫਰੰਸ ਕੀਤੀ ਆ। ਹੁਣ ਇਹਨਾਂ ਨੂੰ ਕੀ ਜਿਹੜੀ ਆ ਬਰਖਲਾਹਟ ਆ ਉਹ ਕੀ ਕਹਿੰਦੀ ਹੈ ਇਹਨਾਂ ਦੀ? ਦਿੱਲੀ ਦੀ ਗੁਰਦੀਪ ਜਿਹੜੀ ਅਸ਼ੋਕਾ ਹੋਟਲ 'ਚ ਮੀਟਿੰਗ ਹੋਈ, 5 ਵਜੇ ਉੱਥੇ ਮੋਦੀ ਜੀ ਪਹੁੰਚੇ ਔਰ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ, ਤੁਹਾਨੂੰ ਇੱਕ ਗੱਲ ਦੱਸ ਕੇ, ਸੁਖਦੇਵ ਸਿੰਘ ਢੀਂਡਸਾ ਵੀ ਪਹੁੰਚੇ ਸੀ। ਇਹਦਾ ਮਤਲਬ ਸ਼੍ਰੋਮਣੀ ਅਕਾਲੀ ਦਲ ਨੂੰ ਉਹਨਾਂ ਨੇ ਬਾਹਰ ਕੀਤਾ, ਜਿਹੜੀ ਸੁਖਬੀਰ ਬਾਦਲ ਵਾਲੀ ਹੈ। ਮੋਦੀ ਜੀ ਨੇ ਇਸ ਗੱਲ ਦਾ ਨਾਂ ਵੀ ਲਿਆ ਆਪਣੇ ਭਾਸ਼ਣ 'ਚ ਕਿ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੀ ਲੈਗੇਸੀ ਵਾਲੇ ਵੱਡੇ ਲੀਡਰ ਆ ਉਹ ਸਾਡੇ ਕੋਲ ਆ ਗਏ ਆ। ਇਹਦਾ ਮਤਲਬ ਜਿਹੜੇ ਉਹਨਾਂ ਦੀ ਮਤਲਬ ਨੂੰਹ ਹੈ ਜਾਂ ਪੁੱਤ ਹੈ, ਉਹ ਵਾਲੀ ਸ਼੍ਰੋਮਣੀ ਅਕਾਲੀ ਦਲ, ਉਹਨਾਂ ਨੂੰ ਐਵੇਂ ਲੱਗਦਾ ਉਹਨੇ ਵੀ ਟਕਸਾਲੀ ਵਾਲਾ ਪੱਤਾ, ਹਾਂ, ਵੀ ਉਹ ਅਸਲੀ ਅਕਾਲੀ ਦਲ ਜਿਵੇਂ ਨਾ ਹੋਵੇ। ਇਹ ਗੱਲ ਹੋ ਸਕਦਾ ਦਬਾਅ ਲਈ ਕੀਤੀ ਹੋਵੇ, ਪਰ ਇਹ ਗੱਲ ਦੀ ਉਹਨਾਂ ਨੇ ਮੈਂਸ਼ਨ ਸਪੈਸ਼ਲੀ ਕੀਤਾ। ਮੈਂ ਤੁਹਾਨੂੰ ਹੈਰਾਨ ਆ ਕਿ ਸਭ ਤੋਂ ਪਹਿਲਾਂ ਇਸ ਮੀਟਿੰਗ ਤੋਂ ਐਨਡੀਏ ਦੀ ਜਿਹੜੀ ਕੱਲ੍ਹ ਐਮਰਜੈਂਸੀ 5 ਤੋਂ 8, 8:30 ਵਜੇ ਤੱਕ ਮੀਟਿੰਗ ਚੱਲੀ, 3 ਘੰਟੇ 3.5 ਘੰਟੇ, ਉਦੋਂ ਪਹਿਲਾਂ ਪੋਰਟ ਬਲੇਅਰ ਗਏ ਹੋਏ ਸੀਗੇ ਤੇ ਉੱਥੇ ਕੋਈ ਸ਼ਾਇਦ ਏਅਰ ਸਟ੍ਰਿਪ ਦਾ ਕੋਈ ਜਾਂ ਏਅਰਪੋਰਟ ਦਾ ਉਦਘਾਟਨ ਕਰਨ ਗਏ ਸੀ ਪ੍ਰਧਾਨ ਮੰਤਰੀ, ਤੇ ਉੱਧਰੋਂ ਇਹ ਮੀਟਿੰਗ ਚੱਲ ਰਹੀ ਸੀ। ਉੱਥੇ ਜਿਹੜਾ ਭਾਸ਼ਣ ਦਿੱਤਾ, ਮੈਨੂੰ ਇੰਝ ਲੱਗਦਾ ਸੀ ਕਿ ਕਿਤੇ ਭੁੜਕ ਕੇ ਭੜਕਾ ਕੇ ਕਿਤੇ ਜਾਂ ਤੇ ਮਾਈਕ ਨਾ ਡਿੱਗ ਪਏ ਜਾਂ ਕਿਤੇ ਕੁਝ ਹੋ ਨਾ ਜਾਏ। ਇੰਨੀ ਬੁਖਲਾਹਟ, ਮੈਂ ਕਦੀ ਘਬਰਾਹਟ, ਬੁਖਲਾਹਟ ਔਰ ਇਹੋ ਜਿਹੀ ਭਾਸ਼ਾ ਵਿਰੋਧੀਆਂ ਵਿਰੁੱਧ ਵਰਤਣੀ, ਉਹ ਮੈਂ ਕਦੀ ਨਹੀਂ ਦੇਖੀ ਪ੍ਰਧਾਨ ਮੰਤਰੀ ਦੇ ਚਿਹਰੇ ਤੋਂ। ਜਿਹੜੀ ਬਾਡੀ ਲੈਂਗੁਏਜ ਸੀ, ਕਹਿ ਕੀ ਰਹੇ ਸੀਗੇ ਜੀ ਉੱਥੇ जी आम लोग ये समझ रहे हैं, जो भी देश में उनको देख रहा है कि ये भी वहाँ बैठे, ये भी वहाँ बैठे, ये भी बैठे, ये तो सबसे भ्रष्ट चेहरे यहाँ देश के यहाँ इकट्ठे हो गए हैं। 20 लाख करोड़ रुपए का भ्रष्टाचार जिन लोगों ने किया हुआ है वो वहाँ जाके एक जगह बैठ गए हैं। ये भ्रष्ट पार्टी है, ये अति भ्रष्ट लोग वहाँ इकट्ठे हो गए, उनका जमावड़ा। अरे बाबा कोई गल कहो ਤੁਸੀਂ ਵੀ ਤੁਹਾਡੇ ਉਹਨਾਂ 'ਚੋਂ ਤਾਂ ਕਈਆਂ ਬੰਦਿਆਂ ਨਾਲ ਤੁਹਾਡੇ ਨਾਲ ਐਨਡੀਏ ਵਾਲੇ ਐਨਡੀਏ ਦੇ ਵਿੱਚ ਸੀ, ਉਦੋਂ ਸਾਫ਼ ਸੁਥਰੇ ਸੀ, ਜਿਵੇਂ ਹੁਣ ਕੈਪਟਨ ਨੂੰ ਨਹੀਂ, ਜਦੋਂ ਤੇ ਕਾਂਗਰਸ ਦੇ ਵਿੱਚ ਸੀ ਉਦੋਂ ਭ੍ਰਸ਼ਟ ਸੀਗੇ, ਤੇ ਜਦੋਂ ਕੋਲ ਚਲੇ ਗਏ ਫਿਰ ਉਹ ਸਾਫ਼ ਸੁਥਰੇ ਹੋ ਗਏ। ਕਿਹੜਾ ਗੰਗਾ ਜਲ ਛਿੜਕਦਾ? ਬਿਲਕੁਲ। ਫਿਰ ਕੱਲੇ ਨੂੰ ਉਹਨਾਂ ਨੇ ਅਟੈਕ ਕੀਤਾ, ਈਵਨ ਸ਼ਾਮ ਨੂੰ ਵੀ ਕੀਤਾ, ਮੈਂ ਸੁਣ ਰਿਹਾ ਸੀ। ਇਹ ਕਈ तो पूरे परिवार ही पकड़ में आ गए हैं, पकड़े गए हैं, उनके ऊपर केस हैं। फिर ममता बनर्जी का, फिर इन्ना का, जिद भी विरोधी पार्टी सी, कल्ले का ना नहीं किसी का लिया, एन साफ समझाता। केजरीवाल का भी विच मैंशन करता कि उनके मिनिस्टर अंदर गए हुए, होर के मिनिस्टर अंदर गए, ठीक है ना। इत्थे भी मिनिस्टर कांग्रेस के अंदर जेडे विजिलेंस वाले ने कीते। इस करके प्रधान मंत्री इन्ने बुखलाए हुए सी कि सारे देश नूं इक्को मैसेज देना चाहुंदे सी कि असी देश भगत, असी दा मतलब मैं देश भगत ते साडी एनडीए देश भगत। तो इसलिए ਉਹ ਜਿਹੜੇ ਸਾਰੇ ਬੈਠੇ ਆ ਬੈਂਗਲੂਰ ਦੇ ਵਿੱਚ ਇਕੱਠੇ ਹੋ ਕੇ ਤੇ ਪ੍ਰੈਸ ਕਾਨਫਰੰਸਾਂ ਕਰਦੇ ਫਿਰਦੇ ਆ, ਉਹ ਦੇਸ਼ ਦੇ ਦੁਸ਼ਮਣ ਆ ਔਰ ਮਹਾਭ੍ਰਸ਼ਟ ਹੈਗੇ ਆ, ਕੱਟੜ ਭ੍ਰਿਸ਼ਟਾਚਾਰ ਹੈਗੇ ਆ, ਇਸ ਤਰ੍ਹਾਂ ਦੇ ਸ਼ਬਦ ਵੀ ਵਰਤੇ ਉਹਨਾਂ ਨੇ। ਤੇ ਉਹਨਾਂ ਦੇ ਪਿੱਛੇ ਦੁਨੀਆ ਨੂੰ ਨਹੀਂ ਜਾਣਾ ਚਾਹੀਦਾ। ਸ਼ਾਮ ਨੂੰ ਫਿਰ ਪ੍ਰਧਾਨ ਮੰਤਰੀ ਬੋਲੇ, ਮੈਂ ਉਹਨਾਂ ਨੂੰ ਫਿਰ ਸੁਣ ਰਿਹਾ ਸੀ ਇਹ ਐਨਡੀਏ ਦੀ ਮੀਟਿੰਗ ਤੋਂ ਬਾਅਦ, ਤੇ ਉਹਦੇ ਵਿੱਚ ਵੀ ਬਾਈ ਐਂਡ ਲਾਰਜ ਇਹੋ ਜਿਹੀਆਂ ਗੱਲਾਂ ਸੀ। ਇਹ ਤਾਂ ਕਨਸਟੀਟਿਊਸ਼ਨ ਕੋ ਆਪਣੇ ਕਬਜ਼ੇ में ਕਰਨਾ ਚਾਹੁੰਦੇ। ਅਰੇ ਬਾਬਾ, ਲੋਕ ਤੇ ਇਹ ਕਹਿ ਰਹੇ ਆ ਕਿ ਐਨਡੀਏ ਤੋਂ ਇਹ ਹੁਣ ਵਾਲੀ ਬੀਜੇਪੀ ਦੀ ਸਰਕਾਰ ਤੋਂ ਕਨਸਟੀਟਿਊਸ਼ਨ ਨੂੰ ਅਤੀ ਖਾਤਾ। ਲੋਕ ਤੇ ਏਡੇ ਵੱਡੇ ਜਲੂਸ ਕੱਢ ਰਹੇ ਆ ਕਿ ਐਨਡੀਏ ਭਜਾਓ ਤੇ ਕਨਸਟੀਟਿਊਸ਼ਨ ਬਚਾਓ, ਦੇਸ਼ ਬਚਾਓ, ਸੰਵਿਧਾਨ ਬਚਾਓ, ਮੋਰਚੇ ਲੱਗੇ, ਮਜ਼ਾਰੇ ਹੋ ਰਹੇ ਆ। ਤੁਸੀਂ ਦੇਖਿਆ ਕਿੰਨੇ ਦਲਿਤ ਆਰਗੇਨਾਈਜੇਸ਼ਨਾਂ ਨੇ ਵੀ ਇਸ ਗੱਲ ਦਾ ਮੁੱਦਾ ਉਠਾਇਆ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਡਾਕਟਰ ਬਾਬਾ ਭੀਮ ਰਾਓ ਅੰਬੇਦਕਰ ਸਾਹਿਬ ਨੇ ਸਾਨੂੰ ਇਹ ਸੰਵਿਧਾਨ ਆਪਣੀ ਮਿਹਨਤ ਦੇ ਫਲਸਰੂਪ ਇੱਕ ਸਾਨੂੰ ਵੱਡਾ ਇੱਕ ਜਾਣੀ ਜਿਸ ਤਰ੍ਹਾਂ ਆਲਮੋਸਟ ਇੱਕ ਸੀਕ੍ਰੇਟ ਕੋਈ ਡਾਕੂਮੈਂਟ ਹੁੰਦਾ ਇੰਜ ਉਹਨਾਂ ਦੇ ਮਨ ਵਿੱਚ ਹੈ
ਤੇ ਉਹ ਤੇ ਚਾਹੁੰਦੇ ਨਹੀਂ ਕਿ ਕੋਈ ਵੀ ਇਸ ਨੂੰ ਅੱਖੋਂ ਪਰੋਖੇ ਕਰੇ। ਤੇ ਜਦੋਂ ਇਸ ਤਰੀਕੇ ਨਾਲ ਜੇ ਸਾਰਾ ਚੱਲ ਰਿਹਾ ਤਾਂ ਇਸ ਗੱਲ ਦਾ ਖਤਰਾ ਵਿਰੋਧੀ ਪਾਰਟੀਆਂ ਵੱਲੋਂ ਵੀ ਹੋ ਸਕਦਾ। ਮੈਂ ਨਹੀਂ ਪ੍ਰਧਾਨ ਮੰਤਰੀ ਤੈਨੂੰ ਕਹਿੰਦਾ, ਉਹ ਵੀ ਕਿਹੜੇ ਉਹਨਾਂ 'ਚ ਸਾਰੇ ਕੋਈ ਸਾਧੂ ਜਾਂ ਦੁੱਧ ਧੋਤੇ ਬੈਠੇ ਆ, ਪਰ ਤੁਹਾਡੀ ਵੱਲੋਂ ਤਾਂ ਇਹ ਗਰੰਟੀ ਦੇਖ ਹੀ ਰਹੀ ਹੈ ਜਦੋਂ ਤੁਸੀਂ ਓਪਨਲੀ ਉਹਨਾਂ ਲੋਕਾਂ ਨੂੰ ਪ੍ਰੋਟੈਕਟ ਕਰ ਰਹੇ ਆ ਜਿਹੜੇ ਕਹਿੰਦੇ ਕਿ ਅਸੀਂ ਇੱਥੇ ਹਿੰਦੂ ਰਾਸ਼ਟਰ ਬਣਾਉਣਾ, ਜੇ ਪਾਕਿਸਤਾਨ ਬਣ ਗਿਆ, ਇਸਲਾਮਿਕ ਸਟੇਟ ਬਣ ਗਈ ਤੇ ਹਿੰਦੂਆਂ ਦਾ ਤਾਂ ਇੱਕੋ ਹੀ ਘਰ ਆ, ਅਸੀਂ ਇੱਥੇ ਹਿੰਦੂ ਰਾਸ਼ਟਰ ਬਣਾਉਣਾ, ਤੇ ਫਿਰ ਕਨਸਟੀਟਿਊਸ਼ਨ ਨੂੰ ਖਤਰਾ ਤੇ ਤੁਹਾਡੇ ਵੱਲੋਂ। ਫਿਰ ਉਹ ਇਹ ਗੱਲ ਕਹਿ ਰਹੇ ਆ ਡਰਦੇ ਮਾਰੇ ਕਿ ਮੈਂ ਜਦ ਪ੍ਰਧਾਨ ਮੰਤਰੀ हैगा, ਅਸੀਂ हम तो विरोधी पार्टियों का भी इतना इज्जत करते हैं, हम पूरे देश को साथ लेके चलते हैं, पूरे देश का विकास चाहते हैं। भाई अडानिया का कौन चाहता? ਤੁਸੀਂ ਸਾਰੇ ਦੇਸ਼ को तरक्की करवा दिया, ਅਡਾਨੀਆਂ ਤੇ ਅੰਬਾਨੀਆਂ ਦੇ ਕੋਲ ਪੈਸਾ ਕਿੱਥੋਂ ਗਿਆ? ਕਿੰਨਾ ਉਹਨਾਂ ਨੂੰ ਤੁਸੀਂ ਪੈਸਾ ਮੁਫਤ ਉਹਨਾਂ ਦੀਆਂ ਜੇਬਾਂ 'ਚ ਪਾਤਾ, ਪਬਲਿਕ ਸੈਕਟਰ ਤਬਾਹ ਕਰ ਦਿੱਤਾ ਜਿੱਥੇ ਗਰੀਬਾਂ ਨੂੰ ਨੌਕਰੀਆਂ ਮਿਲਣੀਆਂ ਸੀ। ਹੁਣ ਜਿਹੜੀ ਪਿਛਲੀ ਵਾਰੀ ਨਾਰਾ ਦਿੱਤਾ ਸੀਗਾ ਰਾਹੁਲ ਗਾਂਧੀ ਨੇ ਤੇ ਜਿਹੜਾ ਉਹਦੇ ਪਾਰਟੀਆਂ ਨੇ, ਪਾਰਟੀ ਦੇ ਲੀਡਰਾਂ ਨੇ ਰਲ ਕੇ ਉਹਦੀ ਉੱਚੀ ਆਵਾਜ਼ ਵਿੱਚ ਆਵਾਜ਼ ਨਹੀਂ ਰਲਾਈ, ਤੇ ਜਿਹਦੇ ਗੁੱਸੇ ਵਜੋਂ ਤੇ ਦੁੱਖ ਵਜੋਂ ਉਹ ਪ੍ਰਧਾਨ ਆਪਣੀ ਕਾਂਗਰਸ ਦੀ ਪ੍ਰਧਾਨਗੀ ਤੋਂ ਪਿਛਾਂ ਹਟ ਗਏ ਸੀ। ਤੁਹਾਨੂੰ ਯਾਦ ਹੈ ਨਾ ਪਿਛਲੀਆਂ ਚੋਣਾਂ ਤੋਂ ਬਾਅਦ ਕਹਿੰਦੇ ਮੈਂ ਨਹੀਂ ਇਹੋ ਜਿਹੀਆਂ ਪਾਰਟੀ ਦੀ ਲੀਡਰੀ ਕਰਦਾ, ਜਿੰਨੇ ਮੇਰੀ ਗੱਲੇ ਨਹੀਂ ਮੰਨੀ ਕਿ ਚੌਕੀਦਾਰ ਚੋਰ ਹੈ। ਹੁਣ ਸੱਚੀ ਮੁੱਚੀ ਇੰਝ ਲੱਗਣ ਲੱਗ ਗਿਆ ਪ੍ਰਧਾਨ ਮੰਤਰੀ ਨੂੰ ਕਿ ਜਿਹੜਾ ਮੈਂ ਅਜੇ ਤੱਕ ਆਪਣੇ ਆਪ ਨੂੰ ਸਾਧੂ ਦੱਸਦਾ ਰਿਹਾ ਹੈ, ਕਿਤੇ ਸੱਚੀ ਮੁੱਚੀ ਤੇ ਨਹੀਂ ਲੋਕਾਂ ਨੂੰ ਇੰਝ ਲੱਗਣ ਲੱਗ ਗਿਆ ਕਿ ਕਿਤੇ ਨਾ ਕਿਤੇ ਦਾਲ 'ਚ ਕਾਲਾ ਜੀ। ਹੁਣ ਉਹ ਕੱਲ ਦੀ ਜਿਹੜੀ ਤੁਸੀਂ ਸਵਾਲ ਕੀਤਾ ਕਿ ਘਬਰਾਹਟ ਵਿੱਚ ਬੜੇ ਸੀਗੇ, ਸੱਚੀ ਮੁੱਚੀ ਗੁਰਦੀਪ ਬਹੁਤ ਵੱਡੀ ਘਬਰਾਹਟ ਸੀ, ਬੁਖਲਾਹਟ ਵਿੱਚ ਸੀ, ਜਿਸ ਤਰ੍ਹਾਂ ਟੋਟਲੀ ਆਦਮੀ ਸੋਚਦਾ ਯਾਰ ਹੁਣ ਇੱਕ ਵਾਰੀ ਰੱਬਾ ਬਚਾ ਦੇ ਇੱਥੋਂ ਜਿੱਥੇ ਮੈਨੂੰ ਫਸਾਤਾ, ਫਿਰ ਬਾਕੀ ਮੈਂ ਅੱਗੇ ਆਪੇ ਸਾਂਭ ਲੂੰਗਾ। ਹਾਲਾਂ ਤੇ ਸੇਕ ਲੱਗਣ ਲੱਗਾ। ਅਜੇ ਤੇ ਦੂਜੀ ਮੀਟਿੰਗ ਹੋਈ ਹੈ, ਚੋਣਾਂ ਤੋਂ ਪਹਿਲਾਂ ਇਹੋ ਜਿਹੀਆਂ ਹੋ ਸਕਦਾ 10 ਮੀਟਿੰਗਾਂ ਹੋਣ, ਉਦੋਂ ਤੱਕ ਪ੍ਰਧਾਨ ਮੰਤਰੀ ਤੇ ਫਿਰ ਕਿਹੜਾ ਬਚਾਊ ਬਾਰ-ਬਾਰ ਤੁਹਾਨੂੰ। ਪ੍ਰੋਫੈਸਰ ਸਾਹਿਬ, ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਪ੍ਰਧਾਨ ਮੰਤਰੀ ਆ ਜਿਹੜਾ ਉਹਦੀ ਜਿਹੜੀ ਘਬਰਾਹਟ ਆ, ਪ੍ਰਧਾਨ ਮੰਤਰੀ ਦਾ ਘਬਰਾਹਟ ਹੋ ਗਈ ਆ, ਦੂਸਰੇ ਪਾਸੇ ਜਿੰਨੇ ਵੀ ਅਲਾਈਅੰਸ ਇਕੱਠੇ ਹੋਏ ਨੇ ਉਹਨਾਂ ਦੇ ਜਿਹੜੇ ਇਹ ਮਕਸਦ ਇਹਦੇ ਪਿੱਛੇ ਕੀ ਆ? ਮਕਸਦ ਸਿਰਫ ਇਹੀ ਆ ਕਿ ਪ੍ਰਧਾਨ ਮੰਤਰੀ ਜਿਹੜੇ ਮੋਦੀ ਆ ਇਹਨਾਂ ਦੇ ਖਿਲਾਫ ਹੋਣਾ, ਜਾਂ ਫਿਰ ਉਹਨਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਇੱਕ ਦੂਜੇ ਦੀ ਸ਼ਰਨ ਲਈ ਹੋਈ ਹੈ? ਦੇਖੋ, ਇਹ 'ਚ ਕੋਈ ਦੋ ਰਾਏ ਨਹੀਂ ਹੈ ਕਿ ਜਿੰਨੇ ਧੜੱਲੇ ਨਾਲ ਪ੍ਰਧਾਨ ਮੰਤਰੀ ਨੇ ਜਿੰਨਾ ਤਾਣਾ ਬਾਣਾ ਜੰਤਰ ਮੰਤਰ ਤੰਤਰ ਜਿਹੜਾ ਸਾਰਾ ਹੁੰਦਾ ਆ ਡੈਮੋਕ੍ਰੇਸੀ ਦੇ ਵਿੱਚ, ਉਹਦੇ ਵਿੱਚ ਦੇਖੋ ਇਲੈਕਸ਼ਨ ਕਮਿਸ਼ਨ ਆ, ਇਨਵੈਸਟੀਗੇਟਿੰਗ ਏਜੰਸੀ ਆ, ਇਨਕਮ ਟੈਕਸ ਆ, CBI ਆ, IB ਹੈ, ਫਿਰ ED ਹੈ, ਇਹ ਸਾਰੀਆਂ ਜਿਹੜੀਆਂ ਏਜੰਸੀਆਂ ਆ ਉਹਨਾਂ ਦਾ ਕਿਸੇ ਨਾ ਕਿਸੇ ਪੱਧਰ ਤੇ ਦੁਰਉਪਯੋਗ ਕਰਨਾ ਸ਼ੁਰੂ ਕਰਤਾ, ਔਰ ਜਿਹੜਾ ਤੇ ਆਪਣੇ ਕੋਲ ਆ ਗਿਆ ਭਾਵੇਂ ਮਹਾਚੋਰ ਹੋਵੇ ਉਹ ਤੇ ਬਣ ਗਿਆ ਸਾਧੂ। ਉਸੇ ਵੇਲੇ ਹੀ ਉਹਨੂੰ ਮਾੜਾ ਜਿਹਾ ਕਮਲ ਦਾ ਫੁੱਲ ਫੜਾਇਆ ਨਹੀਂ ਤੇ ਉਹ ਕਮਲ ਵਾਂਗੂ ਹੋਇਆ ਨਹੀਂ, ਖਿੜਿਆ ਨਹੀਂ। ਬਾਕੀ ਜਿਹੜੇ ਸੀ ਵਿਰੋਧੀ ਪਾਰਟੀਆਂ ਉਹਨਾਂ ਨੂੰ ਕਾਲ ਡਾਊਨ ਕਰਨ ਲਈ, ਉਹਨਾਂ ਨੂੰ ਤੋੜਨ ਲਈ, ਕੁੱਟਣ ਮਾਰਨ ਲਈ, ਸੱਤਾ ਤੇ ਕਬਜ਼ਾ ਕਰਨ ਲਈ, ਧੱਕੇ ਨਾਲ ਕਬਜ਼ਾ ਕਰਨ ਲਈ ਇੰਨਾ ਜ਼ਿਆਦਾ ਡਰਾਤਾ ਵਿਰੋਧੀ ਪਾਰਟੀਆਂ ਨੂੰ ਕਿ ਜੇ ਇਹ ਦੁਬਾਰਾ ਤੀਜੀ ਵਾਰੀ ਆ ਗਿਆ ਤੇ ਸਾਡੇ ਤੇ ਭਾਂਡਿਆਂ ਤੱਕ ਵੇਚ ਦੂ, ਚਮਚਿਆਂ ਤੱਕ ਵਿਕਵਾ ਦੂਗਾ। ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਇਸ ਦਹਿਸ਼ਤ ਨੇ ਤੇ ਇਸ ਸਰਕਾਰੀ ਤੌਰ ਤੇ ਹੋ ਰਹੀ ਬੁਰਸ਼ਾਗਰਦੀ ਨੇ ਉਹਨਾਂ ਨੂੰ ਇੰਨਾ ਡਰਾਤਾ, ਅੰਦਰੋਂ ਇੰਨਾ ਧਮਕਾਤਾ ਕਿ ਉਹਨਾਂ ਨੂੰ ਲੱਗਾ ਕਿ ਜੇ ਹੁਣ ਇਸ ਵੇਲੇ ਬਚਾਅ ਆ ਤੇ ਬਸ ਇਸੇ ਗੱਲ 'ਚ ਹੈ ਕਿ ਆਪਾਂ ਇਕੱਠੇ ਹੋ ਜਾਈਏ ਤੇ ਘੱਟੋ ਘੱਟ ਜਿਹੜੀ ਇਹ ਸੱਤਾ NDA ਦੀ ਸੱਤਾ ਆ ਜਾਂ ਮੋਦੀ ਹੁਣਾਂ ਦੀ ਸਰਕਾਰ ਆ, ਇਸ ਨੂੰ ਦੁਬਾਰਾ ਸੱਤਾ 'ਚ ਕਿਸੇ ਰੂਪ 'ਚ ਵੀ ਆਉਣਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਇਹਦਾ ਫੈਸਲਾ ਕਰ ਲਈਏ। ਇਹ ਗੱਲ ਲਈ ਇਹ 2 ਮੀਟਿੰਗਾਂ ਹੋ ਚੁੱਕੀਆਂ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਇੱਕ ਡਰ ਹੈ ਕਿ ਸਾਡਾ ਕੀ ਬਣੂ ਜੇ ਦੁਬਾਰਾ ਆ ਗਏ ਤੇ। ਇਹ ਗੱਲ ਠੀਕ ਵੀ ਹੈਗੀ। ਦੂਸਰਾ ਪੱਧਰ ਦੇ ਉੱਤੇ ਜਿਹੜੀਆਂ ਉਹਨਾਂ 'ਚ ਕਈ ਕਿਸਮ ਦੀਆਂ ਇਹੋ ਜਿਹੀਆਂ ਪਾਰਟੀਆਂ ਜਿਹੜੀਆਂ ਇਹ ਸੋਚਦੇ ਆ ਕਿ ਇਹ ਵੀ ਅਜੇ ਬੜੀ ਛੋਟਾ ਡਰ ਆ, ਤੁਹਾਨੂੰ ਸੱਤਾ ਦਾ ਡਰ ਆ। ਇੱਥੇ ਜਿੰਨੀਆਂ ਹੀ ਸੱਚ ਬੋਲਣ ਵਾਲੀਆਂ ਏਜੰਸੀਆਂ ਹੋਣਗੀਆਂ, ਕੁਝ ਵੱਡਾ ਹਿੱਸਾ ਤੇ ਮੀਡੀਆ ਪਹਿਲਾਂ ਹੀ ਨਾਲ ਚਲਾ ਗਿਆ, ਜਿਹੜਾ ਬਾਕੀ ਹੋਊਗਾ ਗੁਰਦੀਪ ਉਹਨੂੰ ਇੰਨਾ ਡਰਾਤਾ ਜਾਊਗਾ ਜਾਂ ਤੇ ਉਹ ਡਿਸਮੈਂਟਲ ਹੋ ਕੇ ਘਰੇ ਹੋ ਕੇ ਡਿਸਕਰੇਜ ਹੋ ਕੇ ਘਰੇ ਬੈਠ ਜਾਣਗੇ, ਜਾਂ ਉਹਦੇ ਤੇ ਕੁਝ ਇਹੋ ਜਿਹਾ ਇਹੋ ਹੀ ED VD ਸਾਰਾ ਲਾ ਦੇਣਗੇ। ਉਹ ਫਿਰ ਜਾਂ ਤੇ ਤੁਸੀਂ ਹੱਕ 'ਚ ਬੋਲੋਗੇ ਜਾਂ ਵਿਰੋਧ ਵਿੱਚ ਬੋਲਣ ਦੀਆਂ ਆਵਾਜ਼ਾਂ ਜਿਹੜੀਆਂ ਸਾਰੀਆਂ ਬਿਲਕੁਲ ਪੱਕੇ ਤੌਰ ਤੇ ਖਤਮ ਕਰਤੀਆਂ ਜਾਣਗੀਆਂ, ਪਹਿਲਾਂ ਹੀ ਬਹੁਤ ਕਰਤੀਆਂ।
ਲਿਖਣ ਲੱਗਿਆਂ ਲੋਕੀ ਲਿਖਣ ਤੋਂ ਡਰਦੇ ਆ, ਬੋਲਣ ਲੱਗਿਆਂ ਹਰ ਬੰਦਾ 100 ਵਾਰੀ ਸੋਚਦਾ। ਇਹ ਸਾਡੇ ਫੰਡਾਮੈਂਟਲ ਰਾਈਟ ਹੈ। ਡੈਮੋਕ੍ਰੇਸੀ ਦੀ ਕਿਸੇ ਦੀ ਵੀ ਇੱਕ ਸੁੰਦਰਤਾ ਤੇ ਬਿਊਟੀ ਵੀ ਹੁੰਦੀ ਆ, ਔਰ ਉਹੀ ਉਹਦੀ ਮੇਨ ਇੱਕ ਖਾਸੀਅਤ ਹੁੰਦੀ ਹੈ ਕਿ ਉਹਦੀ ਸਟਰੈਂਥ ਇਸ ਗੱਲ 'ਚ ਹੈ, ਉਹਦੀ ਸ਼ਕਤੀ ਇਸ ਗੱਲ 'ਚ ਹੁੰਦੀ ਹੈ ਕਿ ਤੁਸੀਂ ਹਰ ਕਿਸਮ ਦਾ 100 ਵਿਚਾਰ ਪੇੜਨ ਦਿਓ, ਤੁਸੀਂ ਹਰ ਕਿਸਮ ਦੇ ਵਿਚਾਰ ਨੂੰ ਖੁੱਲ੍ਹ ਕੇ ਰੱਖਣ ਦੀ ਆਜ਼ਾਦੀ ਹੈ। ਇਹੀ ਗੱਲ ਬਾਹਰ ਫਰਾਂਸ ਵਿੱਚ ਉਹਨਾਂ ਨੂੰ ਬਾਰ-ਬਾਰ ਮੋਦੀ ਜੀ ਨੂੰ ਕਨਫਰੰਟ ਕਰਵਾਈ ਗਈ ਹੈ। ਜਦੋਂ ਹੁਣ ਉਹ ਗਏ ਸੀ, ਇਹੀ ਗੱਲ ਅਮਰੀਕਾ 'ਚ ਉਹਨਾਂ ਨੂੰ ਪੁੱਛੀ ਗਈ ਹੈ। ਇਹੀ ਗੱਲ ਹੋਰ ਜਗ੍ਹਾ 'ਤੇ ਜਿਹੜਾ ਜਾਗਰੂਕ ਮੀਡੀਆ ਆ ਜਾਂ ਉੱਥੋਂ ਦੀਆਂ ਡੈਮੋਕ੍ਰੈਟਿਕ ਵੈਲਿਊਜ਼ ਵਾਲੇ ਲੋਕ ਆ, ਉਹ ਬਾਰ-ਬਾਰ ਮੋਦੀ ਜੀ ਅੱਗੇ ਇਹ ਸਵਾਲ ਰੱਖ ਰਿਹਾ ਕਿ ਤੁਹਾਡੇ ਮਨੁੱਖੀ ਅਧਿਕਾਰਾਂ ਦਾ ਕੀ ਬਣੂ, ਮਣੀਪੁਰ ਦੇ ਵਿੱਚ ਹੱਲ ਤੁਸੀਂ ਕੀ ਕੱਢੋਗੇ, ਘੱਟ ਗਿਣਤੀਆਂ ਨਾਲ ਤੁਸੀਂ ਵਧੀਕੀਆਂ ਕਿਉਂ ਕਰ ਰਹੇ ਆ। ਇਸ ਗੱਲ ਦਾ ਜਵਾਬ ਇਹਨਾਂ ਕੋਲ ਨਹੀਂ ਹੁੰਦਾ। ਇਸ ਲਈ ਇਹ ਜਿਹੜੀਆਂ ਪਾਰਟੀਆਂ ਜਮਾਵੜਾ ਵਿਰੋਧੀ ਪਾਰਟੀਆਂ ਬੈਂਗਲੁਰੂ 'ਚ ਇਕੱਠੀਆਂ ਹੋਈਆਂ, ਜਿੱਥੇ ਉਹ ਡਰਦੇ ਮਾਰੇ ਇਕੱਠੀਆਂ ਹੋਈਆਂ, ਉਹਨਾਂ ਦੇ ਅੱਗੇ ਇੱਕ ਪੋਜ਼ਿਟਿਵ ਲਕਸ਼ ਵੀ ਹੈਗਾ। ਜਿਵੇਂ ਮੈਂ ਅੱਗੇ ਕਿਹਾ ਸੀ, ਨਾਂ ਦੇ ਵਿੱਚ ਇੰਡੀਆ ਦੇ ਵਿੱਚ ਬਿਲਕੁਲ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ, ਇੱਕ ਤੇ ਘੱਟ ਗਿਣਤੀਆਂ ਨੂੰ ਰਾਹਤ ਦੇਣੀ ਜਿਹੜੀ ਕੁੱਟ ਪੈ ਰਹੀ ਹੈ ਲਗਾਤਾਰ, ਡਰੀਆਂ ਹੋਈਆਂ ਕਿ ਸਾਨੂੰ ਤੇ ਕਿਤੇ ਬਹੁਤ ਹੀ ਦਬਾਅ ਹੀ ਨਾ ਦੇਣ, ਖਦੇੜੀ ਨਾ ਦੇਣ। ਬੁਲਡੋਜ਼ਰ ਚੱਲ ਰਹੇ ਆ, ਪੀਲੇ ਪੰਜੇ ਚੱਲਦੇ ਆ। ਪੀਲੇ ਪੰਜੇ ਦਾ ਮਤਲਬ ਜਿਹੜੀਆਂ ਕਰੇਨਾਂ ਲਾ ਕੇ ਉਹਨਾਂ ਦੇ ਘਰਾਂ ਨੂੰ ਪੁੱਟ ਦਿੰਦੇ, ਢਾਹ ਦਿੰਦੇ ਆ, ਕੱਟ ਦਿੰਦੇ, ਇਹੋ ਜਿਹਾ ਕੁਝ ਹੋ ਰਿਹਾ ਸਾਰਾ। ਇਸ ਤੋਂ ਬਾਰੇ ਇਹ ਸਾਰਾ ਜੋ ਮਣੀਪੁਰ ਵਾਲਾ ਵੀ ਇਸ਼ੂ ਉਹਦੇ ਵਿੱਚ ਆਉਂਦਾ, ਉਹ ਵੀ ਘੱਟ ਗਿਣਤੀਆਂ ਹੈਗੀਆਂ ਕਿ ਉੱਥੇ ਤੁਸੀਂ ਕਿਵੇਂ ਉਹਨਾਂ ਨੂੰ ਇੱਕ ਰਾਹਤ ਪਹੁੰਚਾਉਣੀ ਆ। ਕੁੱਲ ਮਿਲਾ ਕੇ ਇੱਕ ਏਜੰਡਾ ਵੀ ਹੈਗਾ, ਵਿਕਾਸ ਦਾ ਏਜੰਡਾ ਆ। ਘੱਟ ਗਿਣਤੀਆਂ ਨੂੰ ਉਹਨਾਂ ਨੂੰ ਇੱਕ ਇਸ ਦੇਸ਼ ਦੇ ਅੰਦਰ ਬਣਦੀ ਜਗ੍ਹਾ ਦੇਣੀ, ਇੱਕ ਉਮੀਦ ਦੇਣੀ, ਇੱਕ ਭਰੋਸਾ ਦੇਣਾ ਕਿ ਤੁਹਾਡੇ ਵਾਲ ਵਿੰਗਾ ਨਹੀਂ ਹੋਊਗਾ। ਤੇ ਸੰਵਿਧਾਨ ਜਿਹੜਾ ਇਹ ਸਾਡੇ ਲਈ ਸੈਕਰੋਸੈਂਟਿਕ ਪਵਿੱਤਰ ਡਾਕੂਮੈਂਟ ਹੈ, ਜਿਸ ਦੇ ਵਿਰੁੱਧ ਜੇ ਕੋਈ ਵੀ ਇੱਥੇ ਆਪਣੀ ਆਵਾਜ਼ ਅੱਗੇ ਲਿਆ ਕੇ ਰੱਖਣ ਦੀ ਕੋਸ਼ਿਸ਼ ਕਰੂਗਾ, ਅਸੀਂ ਉਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਮੈਨੂੰ ਲੱਗਦਾ ਕਿ ਇਹ ਕਾਫੀ ਕੁਛ ਇਸ ਤੁਸੀਂ ਦੇਖਿਓ ਕਾਮਨ ਮਿਨੀਮਮ ਪ੍ਰੋਗਰਾਮ ਜਦੋਂ ਬਣਨਾ ਆ, ਇਹੋ ਜਿਹੇ ਕੁਛ ਮੋਟੇ-ਮੋਟੇ ਜਿਵੇਂ ਇੱਕ ਸਾਡੇ ਸੰਵਿਧਾਨ ਦੇ ਪਹਿਲਾਂ ਪ੍ਰੀਐਂਬਲ ਆ, ਬਿਲਕੁਲ ਜੀ, ਪਹਿਲਾ ਪੇਜ ਜਿਹੜਾ ਉਹ 'ਚ ਸਾਰੀਆਂ ਗੱਲਾਂ ਜੋ ਸੰਵਿਧਾਨ ਦੇ ਵਿੱਚ ਫਰਦਰ ਐਕਸਪਲੇਨ ਕੀਤੀਆਂ ਗਈਆਂ, ਹੋਰ ਇਹ ਤੋਂ ਵੱਧ ਕੁਛ ਨਹੀਂ ਹੈਗਾ। ਉਹਦੀ ਵਿਆਖਿਆ ਬਿਲਕੁਲ ਜੀ, ਉਹ ਪ੍ਰੀਐਂਬਲ ਦੇ ਰੂਪ ਦੇ ਵਿੱਚ ਮੁੱਢਲੇ 8-10 ਪੁਆਇੰਟ ਜਿਹੜੇ ਆ ਕਾਮਨ ਮਿਨੀਮਮ ਪ੍ਰੋਗਰਾਮ ਆਉਣ ਵਾਲੀਆਂ ਮੀਟਿੰਗਾਂ 'ਚ ਤੈਅ ਹੋ ਜਾਊਗਾ, ਤੇ ਉਹਦੇ ਵਿੱਚ ਇਹ ਸਾਰੀਆਂ ਗੱਲਾਂ ਹੋਣਗੀਆਂ ਜਿਹੜੀਆਂ ਅਸੀਂ ਕਰ ਰਹੇ ਹਾਂ। ਇਸ ਕਰਕੇ ਇਹਨੂੰ ਇੰਝ ਨਾ ਲਿਆ ਜਾਵੇ ਜਿਹੜਾ ਬਹੁਤ ਸੋਚ ਰਿਹਾ ਵੀ ਜੋ ਮੋਦੀ ਜੀ ਵੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਜਬ ਹਮ ਇनको भ्रष्ट अति भ्रष्ट कट्टर भ्रष्टाचारियों को पकड़ने लगे थे वो डर के मारे कह रहे हैं कि मोदी को ख़त्म करो, मोदी को भगाओ, मोदी नहीं भागेगा, मोदी तो देश का सच्चा पुत्र है, धरती पुत्र है। ਇਹੋ ਜਿਹੀਆਂ ਗੱਲਾਂ ਉਹਨਾਂ ਦੇ ਮਨ ਵਿੱਚ ਆ ਰਹੀਆਂ। ਇਹੋ ਜਿਹਾ ਕੁਛ ਉਹ ਆਪਣੇ ਦੂਜਿਆਂ ਨੂੰ ਲੇਬਲ ਕਰਕੇ ਤੇ ਆਪਣੇ ਆਪ ਨੂੰ ਸਾਫ਼ ਸੁਥਰਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਪਰ ਮੈਨੂੰ ਲੱਗਦਾ ਕਿ ਇਹ ਗੱਲ ਵੀ ਦੋ ਰਾਏ ਨਹੀਂ ਕਿ ਜਿੰਨਾ ਅਡਾਨੀਆਂ ਨੂੰ, ਅੰਬਾਨੀਆਂ ਨੂੰ ਤੇ ਆਪਣੇ ਚਹੇਤਿਆਂ ਨੂੰ ਦੇਸ਼ ਦੇ ਕੁਦਰਤੀ ਸੋਮੇ ਤੇ ਦੇਸ਼ ਦਾ ਪਬਲਿਕ ਸੈਕਟਰ, ਦੇਸ਼ ਦੀਆਂ ਬੈਂਕਾਂ ਦਾ ਪੈਸਾ, ਹੋਰ ਬਹੁਤ ਕੁਝ ਜਿੰਨਾ ਵੀ ਸਟ੍ਰੈਟਜੀਕਲੀ ਦਿੱਤਾ ਜਾ ਸਕਦਾ ਸੀਗਾ, ਉਹ ਕੇਜਰੀਵਾਲ ਕੱਲ੍ਹ ਕਹਿ ਹੀ ਰਹੇ ਸੀਗੇ, ਉਹ ਸਾਰਾ ਕੁਝ ਦੇਤਾ। ਉਹ ਕਹਿ ਰਹੇ ਕਿ आसमान का, पताल का, धरती का, समुंदर का, सारे का सारा उनको पकड़ा दिया है। ये केजरीवाल का भाषण सीगा उत्थे प्रैस कानफ्रेंस दे विच, छोटे छोटे भाषण ही कह लो 2-3 मिनट का। तो ये गल तो वैसे ठीक है कि जिस हद तक की है, तुसीं सब दा साथ सब दा विकास की कित्थे गल करदे आ बई। ਤੁਹਾਨੂੰ तो इस गल की तो शर्म आनी चाहिए है कि तुसीं किन्ने मिनिस्टर, किन्ने MP तुहाडे कोल मुसलमान हैगे आ, किन्नियां नूं तुसीं उत्थे अपनी कैबिनेट दे विच रखिया होया, टिकटां ही नहीं दिंदे। तुसीं कहने कि सानूं उन्हां दी कोई परवाह नहीं, फिर सबका साथ सबका विकास कित्थों हो गया? क्यों झूठ बोलदे आ तुसीं? किहदा बेवकूफ बनाउण दी कोशिश कर रहे? इसलिए लोकां ने जो राहुल ने कहा सी चौकीदार चोर है, इस गल नूं 5 साल ਉਹਦੇ ਨਾਰੇ ਨੂੰ ਸਮਝਣ ਲਈ ਲਾਤੇ। ਮੈਨੂੰ ਲੱਗਦਾ ਕਿ ਘੱਟੋ ਘੱਟ ਹੁਣ ਵਿਰੋਧੀ ਪਾਰਟੀਆਂ ਨੂੰ ਵੀ ਅਕਲ ਆ ਗਈ, ਬਾਕੀਆਂ ਨੂੰ, ਉਹਨਾਂ ਦੇ ਆਪਣੇ ਲੀਡਰਾਂ ਨੂੰ ਤੇ ਅਕਲ ਆ ਹੀ ਗਈ ਹੋ। ਪ੍ਰੋਫੈਸਰ ਸਾਹਿਬ, ਆਪਾਂ ਜਿਵੇਂ ਗੱਲ ਕਰ ਰਹੇ ਸੀ ਕਿ ਵਿਰੋਧੀ ਪਾਰਟੀਆਂ ਇਸ ਲਈ ਵੀ ਇਕੱਠੀਆਂ ਹੋ ਰਹੀਆਂ ਨੇ ਕਿਉਂਕਿ ਇਹ ਜਿਹੜੀ ਮੋਦੀ ਸਰਕਾਰ ਆ ਜਦੋਂ ਦੀ ਆਈ ਹੈ, ਇਹ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਨੂੰ ਈਡੀ ਦੇ ਨਾਲ ਡਰਾ ਕੇ, ਕਿਸੇ ਦੇ ਕੋਈ ਹੋਰ ਕੇਸ ਪਾ ਕੇ, ਜਿਵੇਂ ਕਿ ਉਹਨਾਂ ਨੇ ਰਾਹੁਲ ਗਾਂਧੀ ਨਾਲ ਕੀਤਾ। ਰਾਹੁਲ ਗਾਂਧੀ ਦੇ ਉੱਤੇ ਸੂਰਤ ਦੀ ਇੱਕ ਕੋਰਟ ਨੇ ਉਹਨੂੰ 2 ਸਾਲਾਂ ਦੇ ਲਈ ਜਿਹੜੀ ਸਜ਼ਾ ਸੁਣਾਈ ਸੀ, ਜਿਸ ਦੇ ਕਰਕੇ ਉਹਨਾਂ ਨੂੰ ਜਿਹੜੀ MP ਤੋਂ ਵੀ ਜਿਹੜਾ ਰੈਜ਼ਿਗਨੇਸ਼ਨ ਦੇਣਾ ਪਿਆ। ਤੇ ਹੁਣ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਆਪਣਾ ਮਸਲਾ ਲੈ ਕੇ ਗਏ ਨੇ। ਗੁਜਰਾਤ ਹਾਈ ਕੋਰਟ ਨੇ ਉਹਨਾਂ ਦੀ ਜਿਹੜੀ ਪਟੀਸ਼ਨ ਆ ਰਿਜੈਕਟ ਕਰ ਦਿੱਤੀ ਸੀ। ਤੇ ਨਾਲ ਹੀ ਨਾਲ ਰਾਹੁਲ ਗਾਂਧੀ ਨੇ ਇਹ ਵੀ ਕਿਹਾ, ਉਹਨਾਂ ਨੇ ਇਹ ਵੀ ਕਿਹਾ ਕਿ ਅਗਰ ਇਹ ਮੇਰੇ ਵਿਰੁੱਧ ਹੁੰਦਾ ਕੇਸ ਤਾਂ ਡੈਮੋਕ੍ਰੇਸੀ ਤੋਂ ਜਿਹੜਾ ਯਕੀਨ ਉੱਠ ਜੂਗਾ ਤੇ ਅਗਲੀਆਂ ਚੋਣਾਂ ਲਈ ਉਹ ਐਲੀਜੀਬਲ ਵੀ ਨਹੀਂ ਹੋਣਗੇ।
ਮੈਨੂੰ ਲੱਗਦਾ ਇੱਕ ਗੱਲ ਤੁਹਾਨੂੰ ਮੈਂ ਦੱਸ ਦਿਆਂ ਹੁਣ, ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਤੋਂ ਬਾਅਦ ਇੱਕ ਤੇ ਜਿਹੜਾ ਮੋਦੀ ਹੁਣਾਂ ਨੇ ਉਹਦੇ ਬਾਰੇ ਪ੍ਰਚਾਰ ਕੀਤਾ ਸੀ ਪੱਪੂ ਜੀ, ਉਹਨੇ ਉਲਟਾ ਉਹ ਕਰ ਦਿੱਤਾ ਕਿ ਪੱਪੂ ਅਸਲ 'ਚ ਕੌਣ ਹੈ ਹੁਣ ਲੋਕ ਦੱਸਣਗੇ ਜੀ। ਇੱਥੇ ਤੱਕ ਗੱਲ ਪਹੁੰਚਾਤੀ। ਭਾਈ ਸਾਹਿਬ ਇੱਕ ਚੰਗੇ ਭਲੇ ਘਰ 'ਚੋਂ ਖਾਂਦੇ ਪੀਂਦੇ ਘਰ 'ਚੋਂ ਜਿਨ੍ਹਾਂ ਨੂੰ ਬੱਚਿਆਂ ਨੂੰ ਕਿਤੇ ਤੱਤੀ ਵਾਹ ਨਾ ਲੱਗੀ ਹੋਵੇ, 6 ਮਹੀਨੇ ਸੜਕਾਂ ਤੇ ਤੁਰੇ ਰਹਿਣਾ। ਮੈਂ ਤੇ ਦੇਖਿਆ, ਮੈਂ ਖੁਦ ਗਿਆ, ਪੰਜਾਬ 'ਚ ਵੀ ਗਿਆ ਸੀ, ਜਦੋਂ ਆਇਆ ਸੀ ਮੈਂ ਮਿਲ ਕੇ ਵੀ ਆਇਆ ਸੀ, ਮੈਂ ਕਿਹਾ ਤਕੜਾ ਰਹੋ ਜੀ। ਹਾਂ ਜਿਹੜਾ ਵਾਕ ਕਰਦੇ ਸੀਗੇ ਮੈਂ ਖੁਦ ਗਿਆ ਸੀਗਾ। ਮੈਂ ਜੰਮੂ ਕਸ਼ਮੀਰ 'ਚ ਜਿੱਥੇ ਕਨਕਲੂਡਿੰਗ ਰੈਲੀ ਹੋਈ, ਮੈਂ ਤੇ ਧਰਮਵੀਰ ਗਾਂਧੀ ਉੱਥੇ ਵੇਖਣ ਹੀ ਗਏ ਸੀ ਵੀ ਇਹ ਨਜ਼ਾਰਾ ਹੋ ਕੀ ਰਿਹਾ। ਇੰਨੀ ਬਰਫ਼ ਦੇ ਵਿੱਚ ਬਿਨਾਂ ਪਰਵਾਹ ਕੀਤਿਆਂ ਬੰਦਾ ਉਹ ਉੱਥੇ ਖੜਾ ਸੀ। ਲੋਕ ਇਸ ਗੱਲ ਦਾ ਨਾ ਥੋੜ੍ਹਾ ਬੰਦਿਆਂ ਨੂੰ ਇਸ ਗੱਲ ਦਾ ਥੋੜ੍ਹੀ ਹਿੰਮਤ ਵੀ ਦਿੰਦੇ, ਸਾਡੇ ਸ਼ਾਬਾਸ਼ੇ ਵੀ ਦਿੰਦੇ ਆ। ਚੰਗਾ ਸਾਡਾ ਦੇਸ਼ ਇਸ ਗੱਲੋਂ ਕਿ ਜੇ ਕੋਈ ਕੁਰਬਾਨੀ ਕਰਦਾ ਤੇ ਉਸ ਨੂੰ ਫਿਰ ਉਹ ਸੀਨੇ ਤੇ ਆਪਣੇ ਨਾਲ ਨੇੜੇ ਲਾ ਕੇ ਤੇ ਉਸ ਨੂੰ ਉਸ ਦਾ ਇਹ ਸਹਾਨੁਭੂਤੀ ਵੀ ਦਿਖਾਉਂਦੇ ਆ ਤੇ ਨਾਲ ਉਸ ਨੂੰ ਉਸ ਦਾ ਕ੍ਰੈਡਿਟ ਦਿੰਦੇ ਆ। ਜਦੋਂ ਲੋੜ ਪਏ ਤੇ ਉਹਨੂੰ ਸ਼ਕਤੀ ਦੇਣਗੇ। ਮੈਂ ਤਾਂ ਕਹਿ ਰਿਹਾ ਕਿ ਇਹ ਜਿੰਨਾ ਵੀ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ ਉਨਾ ਹੀ ਰਾਹੁਲ ਗਾਂਧੀ ਨੂੰ ਫਾਇਦਾ। ਮੈਂ ਤਾਂ ਕਹਿੰਦਾ ਚੱਕ ਜੇਲ੍ਹ 'ਚ ਦੇ ਦੇਣ ਜੀ। ਦੇਖ ਫਿਰ ਕਿੱਡਾ ਵੱਡਾ ਲੀਡਰ ਬਣਦਾ, ਉਹ ਅਨਚੈਲੰਜੇਬਲ ਲੀਡਰ ਹੋ ਜਾਊਗਾ। ਮੋਦੀ ਨਾਲੋਂ ਓਵਰਨਾਈਟ ਮੋਦੀ ਨਾਲੋਂ ਵੱਡਾ ਹੋ ਜਾਊਗਾ। ਸਾਰਾ ਦੇਸ਼ ਕਹੂਗਾ ਰਾਹੁਲ ਛੱਡੋ, ਰਾਹੁਲ ਛੱਡੋ, ਰਾਹੁਲ ਭਈਆ ਕੋ ਛੋੜੋ। ਇਹ ਗੱਲਾਂ ਚੱਲ ਪੈਣਗੀਆਂ। ਕੀਤਾ ਤੇ ਉਹਨਾਂ ਨੇ ਬਦਮਗਜ਼ੀ ਹੈ, ਮੈਂ ਇਹ ਕਹੂੰਗਾ। ਹੋਇਆ ਇੰਜ ਕਿ ਉਹਨਾਂ ਨੇ ਇੱਕ ਭਾਸ਼ਣ 'ਚ ਪਿਛਲੀਆਂ ਮੇਰੇ ਖਿਆਲ ਚੋਣਾਂ 'ਚ ਸੀਗਾ ਕਿ ਕਦੋਂ ਸੀਗਾ, ਕਿਸੇ ਭਾਸ਼ਣ 'ਚ ਆ ਜਿਹੜੀਆਂ ਗੁਜਰਾਤ 'ਚ ਚੋਣਾਂ ਹੋਈਆਂ ਉਹ ਅਸੈਂਬਲੀ ਦੀਆਂ, ਉਹਦੇ 'ਚ ਕਿਤੇ ਇਹ ਕਹਿ ਦਿੱਤਾ ਕਿ ਇਹ ਐਸੀ ਕਿਆ ਬਾਤ ਹੈ, ਰਾਹੁਲ ਨੇ ਕਹਿਤਾ कि अक्सर मोदी ही चोर होते हैं जी। मतलब इनू भी क्या सीगा ਉਹਨਾਂ ਨੇ ਪਹਿਲਾਂ ਕਿ ਉਹ ਰਫਾਲ ਵਾਲੇ ਕੇਸ 'ਚ ਲਲਿਤ ਮੋਦੀ ਨੇ ਵੀ ਵਿੱਚ ਹੈਗੇ, ਲਲਿਤ ਮੋਦੀ ਸੀ, ਇੱਕ ਨੀਰਵ ਮੋਦੀ ਸੀ, ਉਹ ਦੋਨੋਂ ਬਾਹਰ ਭੱਜੇ ਜੀ। ਇਸ ਕਰਕੇ ਉਹਨੇ ਤੇ ਗੁਜਰਾਤ ਦੇ ਵਿੱਚ ਇਸ ਕਰਕੇ ਕਹਿਤਾ ਕਿ ਇਹ ਅਕਸਰ ਮੋਦੀ ਹੀ ਕਿਉਂ ਹੈ। ਲਓ ਜੀ, ਬੀਜੇਪੀ ਨੂੰ ਤਾਂ ਮਸਾਲਾ ਚਾਹੀਦਾ। ਉਹਨਾਂ ਨੇ ਕਹਿਤਾ ਇਹਨਾਂ ਤੇ ਸਾਰੇ ਮੋਦੀਆਂ ਨੂੰ ਚੋਰ ਕਹਿਤਾ। ਹੁਣ ਉਹ ਜਿਹੜੀ ਭਾਸ਼ਾ ਆ ਉਹਦੇ ਇੱਕ ਇੰਟੈਂਟ ਹੈਗਾ, ਇੱਕ ਉਹਦੀ ਮਕੈਨੀਕਲ ਰੀਡਿੰਗ ਹੈਗੀ ਆ। ਜਿਹੜੀ ਇੰਟੈਂਟ ਆ ਉਹ ਤੇ ਇਹ ਆ ਜਿਹੜੀ ਮੈਂ ਗੱਲ ਕਹਿ ਰਿਹਾ, ਉਹਦੀ ਜਿਹੜੀ ਭਾਵਨਾ ਆ ਭਾਸ਼ਾ ਦੀ ਕਹਿਣ ਦੀ। ਸਾਰੇ ਉਹ ਕੋਈ ਇੰਨਾ ਬੱਚਾ ਤੇ ਹੈ ਨਹੀਂ ਕਿ ਸਾਰੇ ਹੀ ਮੋਦੀਆਂ ਨੂੰ ਕਹਿ ਦੂਗਾ ਕਿ ਉਹ ਚੋਰ ਹੈਗੇ ਆ, ਜਾਂ ਸਾਰੇ ਭਾਰਤ ਵਾਸੀਆਂ ਨੂੰ ਕਹਿ ਦੂਗਾ ਕਿ ਉਹ ਚੰਗੇ ਆ ਜਾਂ ਮਾੜੇ ਆ। ਇਹੋ ਜਿਹਾ ਤਾਂ ਕੋਈ ਨਹੀਂ ਕਹਿੰਦਾ। ਮਿਨੀਮਮ ਲੀਡਰ ਦੀ ਵੀ ਅਕਲ ਹੋਵੇ ਤੇ ਇੰਜ ਨਹੀਂ ਕਹਿੰਦਾ। ਬਣਾਤਾ ਟੈਕਨੀਕਲ ਲੀਗਲ ਕੇਸ ਬਣ ਗਿਆ। ਲੋਅਰ ਕੋਰਟ ਨੇ ਉਹਦੇ ਵਿਰੁੱਧ ਡਿਸਾਈਡ ਕਰਤਾ 2 ਸਾਲ ਦੀ ਮੈਕਸੀਮਮ ਸਜ਼ਾ ਹੋ ਸਕਦੀ ਸੀ, ਉਹ ਮੈਕਸੀਮਮ ਦੇ ਦਿੱਤੀ। ਜਿਹਦੇ ਕਰਕੇ ਕੀ ਹੋਇਆ ਕਿ ਵਿਦਨ 24 ਆਵਰਸ ਮੇਰਾ ਖਿਆਲ ਉਹਦੀ ਸੀਟ MP ਦੀ ਜਿਹੜੀ ਸੀ ਕੈਂਸਲ ਕਰਤੀ, ਰੱਦ ਕਰਤੀ। ਯਾਨੀ ਇੰਨਾ ਛੇਤੀ ਕਦੀ ਕੋਈ ਐਕਸ਼ਨ ਹੁੰਦਾ ਹੀ ਨਹੀਂ। ਗੁਰਦੀਪ ਹੋ ਗਈ, ਇਹਦਾ ਉਹਨੂੰ ਫਾਇਦਾ ਹੋਇਆ। ਮੈਂ ਇਹ ਕਹਿਣਾ ਕਿ ਲੋਕਾਂ ਦੀ ਉਹਦੇ ਨਾਲ ਸਿੰਪਥੀ ਬਣੀ। ਯਾਰ ਇੱਕ ਕੀ ਆ ਯਾਰ, ਨਿੱਕੀ ਜਿਹੀ ਗੱਲ ਦੇ ਉੱਤੇ ਉਹਨੂੰ ਤੁਸੀਂ ਪਾਰਲੀਮੈਂਟ 'ਚ ਚੱਕ ਕੇ ਬਾਹਰ ਮਾਰਿਆ। ਫਿਰ ਹੋਰ ਅਗਲੀ ਗੱਲ ਕਹਿੰਦੇ ਇਹਦਾ ਘਰ ਖਾਲੀ ਕਰਾਓ। ਉਹ ਕਹਿੰਦਾ ਜੀ ਮੈਂ ਕਰ ਦੇਣਾ। ਉਹਦਾ ਸਮਾਨ ਚੁੱਕ ਕੇ ਵੀ ਬਾਹਰ ਰੱਖਤਾ, ਉਹ ਘਰ ਵੀ ਖਾਲੀ ਕਰਾ ਲਿਆ ਤੁਰੰਤ। ਜਦੋਂ MP ਦੀ ਸੀਟ ਨਹੀਂ ਰਹੀ ਤੇ ਫਿਰ ਤੁਸੀਂ ਘਰ ਵੀ ਨਹੀਂ ਰੱਖ ਸਕਦੇ। ਉਹ ਘਰ ਵੀ ਖਾਲੀ ਕਰਾ ਲਿਆ। ਹਾਲਾਂਕਿ ਇੱਥੇ ਪੱਟਲ ਹੁਣੀ ਮੇਰਾ ਖਿਆਲ ਜਿਹੜੀਆਂ ਸਾਡੇ ਇੱਕ ਵਾਰੀ ਚੀਫ ਮਿਨਿਸਟਰ 10 ਸਾਲ ਸ਼ਾਇਦ ਘਰ ਰੱਖ ਛੱਡਿਆ ਸੀ। ਬਿਲਕੁਲ ਜੀ, ਨਾਰਮਲੀ ਲੋਕੀ 6-7 ਮਹੀਨੇ ਘਰ ਨਹੀਂ ਛੱਡਦੇ। ਹਾਂ ਚਲੋ, ਉਹਨੂੰ ਇਹ ਜਾਨੀ ਹਿਊਮਿਲੀਏਟ ਕਰਨਾ ਚਾਹੁੰਦੇ ਸੀ, ਉਸ ਨੂੰ ਬੇਇੱਜ਼ਤ ਕਰਨਾ ਚਾਹੁੰਦੇ ਸੀ, ਇਹ ਦੱਸਣ ਲਈ ਕਿ ਤੂੰ ਸਾਡੇ ਲਈ ਅਜੇ ਵੀ ਪੱਪੂ, ਅਸੀਂ ਤੈਨੂੰ ਕੁਛ ਨਹੀਂ ਸਮਝਦੇ। ਉਹਨੂੰ ਇਹ ਖਾਦ ਪਾਈ ਗਏ, ਉਹ ਹੋਰ ਉੱਚਾ ਹੋਈ ਗਿਆ। ਇਹ ਜਦੋਂ ਘਰ ਛਡਾ ਲਿਆ, ਕਹਿੰਦੇ ਅੱਛਾ ਫਿਰ ਆ ਲੈਣ ਦੇ, ਵੇਖਦੇ ਆ ਇਹਨੂੰ। ਯਾਰ ਇਹ ਤੇ ਬੰਦੇ ਨੂੰ ਘਰ 'ਚ ਵੀ ਨਹੀਂ ਟਿਕਣ ਦਿੰਦਾ। ਹੁਣ ਅਗਲੀ ਗੱਲ ਜਿਹੜੀ ਹੈ ਕਿ ਉਹ ਕੇਸ ਚਲਾ ਗਿਆ ਹਾਈ ਕੋਰਟ 'ਚ। ਇਹਨੂੰ ਲੱਗਦਾ ਸੀ ਵੀ ਹਾਈ ਕੋਰਟ 'ਚ ਜੱਜ ਸੀਨੀਅਰ ਹੁੰਦੇ ਆ, ਕੋਈ ਡਿਫਰੈਂਟ ਕਈ ਜੱਜ ਹੁੰਦੇ ਆ, ਆਪਣੀ ਆਪਣੀ ਓਪੀਨੀਅਨ ਹੁੰਦੀ ਆ ਕਿ ਉੱਥੋਂ ਸ਼ਾਇਦ ਰਾਹਤ ਮਿਲ ਜੇ। ਜਿਹੜੀ ਗੁਜਰਾਤ ਹਾਈ ਕੋਰਟ ਆ, ਉਹਨਾਂ ਨੇ ਵੀ ਰਾਹਤ ਨਹੀਂ ਦਿੱਤੀ। ਉਹਨਾਂ ਨੇ ਵੀ ਉਹ ਪਹਿਲੇ ਫੈਸਲੇ ਨੂੰ ਰੱਖਿਆ ਕਿ ਹਾਂ 2 ਸਾਲ ਤੇ ਇਹਨੂੰ ਜੇਲ੍ਹ ਦੇ ਵਿੱਚ ਜਾਣਾ ਹੀ ਜਾਣਾ ਪੈਣਾ। ਹੁਣ ਉਹ ਕੇਸ ਹੈ ਸੁਪਰੀਮ ਕੋਰਟ 'ਚ ਤੇ 3 ਦਿਨਾਂ ਦੇ ਅੰਦਰ, ਮਤਲਬ 21 ਤਰੀਕ ਨੂੰ ਕਹਿ ਰਹੇ ਆ ਕਿ ਉਹ ਜਿਹੜਾ ਕੇਸ ਹੁਣ ਲੱਗਾ ਆ, ਹੈ ਨਾ। ਉਹਦੇ 'ਚ ਮੈਨੂੰ ਕਾਫੀ ਜ਼ਿਆਦਾ ਇਸ ਗੱਲ ਦੀ ਉਮੀਦ ਆ ਕਿ ਜਿਸ ਤਰੀਕੇ ਦਾ CJI ਇੱਥੇ ਹੈਗਾ, ਜਿਹਨੇ ਜੱਜਾਂ ਦੀ ਡਿਊਟੀ ਲਾਉਣੀ ਹੁੰਦੀ ਆ ਕਿ ਇਹ ਕੇਸ ਕੌਣ ਸੁਣੂਗਾ, ਤੇ CJI ਜਿਸ ਤਰੀਕੇ ਨਾਲ ਕਾਨੂੰਨ ਪ੍ਰੋ ਇਨਸਾਫ ਲੱਗਦਾ। ਕਾਨੂੰਨ ਦਾ ਮੈਂ ਕਿਸੇ ਪ੍ਰੋ, ਮੈਂ ਨਾ ਪਾਰਟੀ ਦਾ ਕਹਿੰਦਾ, ਨਾ ਪੋਲਿਟਿਕਸ ਦਾ ਕਹਿੰਦਾ, ਮੈਂ ਲੋਕਾਂ ਦਾ ਕਹਿੰਦਾ, ਨਾ ਦੇਸ਼ ਦਾ ਕਹਿੰਦਾ, ਪਰ ਕਾਨੂੰਨ ਦੀ ਰੱਖਿਆ ਕਰਨੀ CJI ਦਾ ਕੰਮ ਆ। ਤੇ ਜਿਹੜਾ ਕਾਨੂੰਨ ਦੀ ਸਪਿਰਿਟ ਮੁਤਾਬਕ ਚੱਲਦਾ ਚੀਫ ਜਸਟਿਸ ਸਾਨੂੰ ਇਸ ਬੜੇ ਸੰਕਟਮਈ ਹਾਲਾਤਾਂ ਦੇ ਵਿੱਚ ਮਿਲਿਆ। ਉਸ ਨੇ ਜਿਹੜਾ
ਲੱਗਦਾ ਕਿ ਜੇ ਇਸ ਚੰਗੇ ਜੱਜ ਦੇ ਹੱਥ ਇਹ ਕੇਸ ਗਿਆ ਤੇ ਉਹ ਇਸ ਦੀ ਘੱਟੋ ਘੱਟ ਜਾਂ ਤੇ ਨੋਸ਼ਨਲ ਕਰ ਦੂਗਾ ਜਾਂ ਇਹਨੂੰ ਬਿਲਕੁਲ ਕੁਐਸ਼ ਕਰ ਦੂਗਾ ਜੀ। ਜੇ ਕੁਐਸ਼ ਕਰ ਦਿੰਦਾ ਤਾਂ ਵੀ ਇਹਨਾਂ ਦੇ ਖੇਮੇ 'ਚ ਬਹੁਤ ਇੱਕ ਕਿਸਮ ਦਾ ਕਿ ਦੇਖੋ ਜੀ ਤੁਸੀਂ ਤੇ ਧੱਕਾ ਕਰ ਰਹੇ ਸੀ, ਜੀ। ਤੁਹਾਡੀ ਆਪਣੀ ਗੁਜਰਾਤੀ ਇੱਕ ਉਸ ਮੁੰਡੇ ਦੇ ਨਾਲ ਧੱਕਾ ਕਰ ਰਹੇ ਸੀ, ਇਹੀ ਮੈਸੇਜ ਜਾਊਗਾ। ਜੇ ਉਹਨੂੰ ਅੰਦਰ ਕਰ ਦਿੰਦੇ ਆ ਤੇ ਲੋਕਾਂ ਦੇ ਮਨ ਵਿੱਚ ਤੇ ਹੈ ਹੀ ਆ ਵੀ ਧੱਕਾ ਕਰ ਰਹੇ ਸੀ, ਇਹੀ ਲੱਗੂਗਾ ਕਿ ਯਾਰ ਇਹ ਇੱਥੇ ਵੀ ਨਹੀਂ ਹਟੇ, ਉਹਦੇ ਨਾਲ ਹੋਰ ਵੱਡਾ ਧੱਕਾ ਕਰ ਲਿਆ। ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਉਹਦੇ 'ਚ ਕੁਛ ਵੀ ਕਰ ਲੈਣ, ਕਿਸੇ ਵੀ ਤਰੀਕੇ ਨਾਲ ਹੋਵੇ, ਕਿਸੇ ਵੀ ਪਾਸੇ ਨੂੰ ਫੈਸਲਾ ਹੋਏ, ਰਾਜਨੀਤਿਕ ਤੌਰ ਦੇ ਉੱਤੇ ਰਾਹੁਲ ਗਾਂਧੀ ਦਾ ਕੱਦ ਹੋਰ ਵੱਡਾ ਹੋਊਗਾ। ਔਰ ਰਾਹੁਲ ਗਾਂਧੀ ਜਿਸ ਢੰਗ ਦੇ ਨਾਲ ਪਿਛਲੇ 2 ਸਾਲਾਂ ਦੇ ਅੰਦਰ ਇਵੋਲਵ ਹੋਇਆ, ਜੋ ਇਸ ਤਰੀਕੇ ਨਾਲ ਧਰਾਤਲ ਦੀ ਰਾਜਨੀਤੀ ਨੂੰ, ਧਰਾਤਲ ਦੇ ਜਿਹੜੇ ਲੋਕ ਧਰਤੀ ਦੇ ਉੱਤੇ ਆ, ਜਿਹੜੇ ਸਾਡੇ ਕਾਮੇ ਮਿਹਨਤਕਸ਼ ਉਹ ਸਾਰੇ ਲੋਕ ਜਿਸ ਤਰੀਕੇ ਨਾਲ ਉਹਨੂੰ ਸਮਝ ਰਹੇ ਆ, ਉਸ ਗੱਲ ਪ੍ਰਤੀ ਉਹਦੀ ਜਿਹੜੀ ਚੇਤਨਾ ਵਧੀ ਆ ਤੇ ਜਿਸ ਤਰ੍ਹਾਂ ਉਹਦੀ ਰਾਜਨੀਤਿਕ ਸੂਝ-ਬੂਝ ਉੱਥੋਂ ਲੋਕਾਂ 'ਚ ਰਹਿ ਕੇ ਵਧੀ ਹੈ, ਖਾਸ ਕਰ ਭਾਰਤ ਜੋੜੋ ਯਾਤਰਾ 'ਚ, ਉਸਨੇ ਉਸ ਨੂੰ ਇੱਕ ਬੜਾ ਸਿਆਣਾ ਸੂਝਵਾਨ ਪੋਲੀਟੀਸ਼ੀਅਨ ਦੇ ਤੌਰ ਦੇ ਉੱਤੇ ਸਾਡੇ ਸਾਹਮਣੇ ਲਿਆਂਦਾ। ਪਰ ਕਦੀ ਵੀ ਕੋਈ ਐਬਸੋਲੂਟ ਤੇ ਹੁੰਦਾ ਨਹੀਂ, ਹੈ ਨਾ। ਸਾਰੀ ਉਮਰ ਬੰਦੇ ਸਿੱਖਦੇ ਆ, ਸਾਰੀ ਉਮਰ ਟੀਚਰ ਵੀ ਸਿੱਖਦੇ ਆ, ਸਾਰੀ ਉਮਰ ਗੁਰੂ ਵੀ ਸਿੱਖਦੇ ਆ ਤੇ ਉਹਨਾਂ ਦੇ ਚੇਲੇ ਵੀ ਸਿੱਖਦੇ ਆ। ਇਸ ਲਈ ਇਹ ਅਜੇ ਟਾਈਮ ਲੱਗੂਗਾ ਇਸ ਗੱਲ ਦਾ ਕਿ ਪ੍ਰੂਵ ਕਰਨ ਦਾ ਕਿ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਪੋਲੀਟੀਕਲ ਕੈਰੀਅਰ ਕਿਹੋ ਜਿਹਾ। ਪ੍ਰੋਫੈਸਰ ਸਾਹਿਬ, ਇਸ ਤੋਂ ਇਲਾਵਾ ਆਪਾਂ ਦੇਖੀਏ ਕਿ ਇੱਕ ਪਾਸੇ ਤਾਂ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ 2024 ਤੋਂ ਪਹਿਲਾਂ ਇਕੱਠੀਆਂ ਹੋ ਕੇ ਇੰਡੀਆ ਵਾਲਾ ਅਲਾਈਅੰਸ ਬਣਾਇਆ, ਦੂਜੇ ਪਾਸੇ ਇਹੀ ਪਾਰਟੀਆਂ ਦੇ ਜਿਵੇਂ ਜਿਹੜੇ ਵਖਰੇਵੇਂ ਨੇ, ਪੋਲੀਟੀਕਲ ਵਖਰੇਵੇਂ ਨੇ ਸਟੇਟਾਂ ਦੇ ਵਿੱਚ, ਜਿਵੇਂ ਸੀਤਾਰਾਮ ਯੈਚੂਰੀ ਨੇ ਕਿਹਾ ਕਿ ਸਾਡਾ ਜਿਹੜਾ ਮਮਤਾ ਬੈਨਰਜੀ ਪਾਰਟੀ ਦੇ ਨਾਲ ਆ ਜਿਹੜਾ ਉੱਥੇ ਪੱਛਮੀ ਬੰਗਾਲ 'ਚ ਸਾਡਾ ਇਹਨਾਂ ਨਾਲ ਜਿਹੜਾ ਹੈਗਾ ਉਹ ਰੀਜਨਲ ਤੌਰ 'ਤੇ ਸਾਡਾ ਕੋਈ ਅਲਾਈਅੰਸ ਨਹੀਂ ਹੋਵੇਗਾ, ਇੱਥੇ ਅਸੀਂ ਇਕੱਠੇ ਹੋਏ ਹਾਂ ਇੱਕ ਏਜੰਡੇ ਦੇ ਤਹਿਤ। ਇਸੇ ਤਰ੍ਹਾਂ ਵੱਖ-ਵੱਖ ਸੂਬਿਆਂ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਆਪਣੇ ਆਪਣੇ ਵਖਰੇਵੇਂ ਨੇ, ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਵਖਰੇਵੇਂ ਨੇ? ਦੇਖੋ, ਪਹਿਲਾਂ ਤਾਂ ਇੱਕ ਗੱਲ ਸਮਝ ਲਓ, ਇਹ ਅਲਾਇੰਸ ਕੋਈ ਇਹੋ ਜਿਹਾ ਅਲਾਇੰਸ ਨਹੀਂ ਗਾ ਕਿ ਜਿਹੜਾ ਆਈਡੀਆਲੋਜੀਕਲ ਵਿਚਾਰਧਾਰਕ ਸਾਂਝੀਵਾਲਤਾ ਦੇ ਵਿੱਚੋਂ ਅਲਾਇੰਸ ਨਿਕਲਿਆ। ਇਹ ਅਲਾਇੰਸ ਨਿਕਲਿਆ ਇੱਕ ਖਾਸ ਮਕਸਦ ਲਈ, ਔਰ ਉਹਨਾਂ ਨੇ ਉਸ ਮਕਸਦ ਦੇ ਵਿੱਚ ਕਾਮਯਾਬ ਹੋਣ ਲਈ ਇਹ ਅਲਾਇੰਸ ਕੀਤਾ। ਉਹ ਮਕਸਦ ਇਹ ਹੈ ਕਿ ਐਨਡੀਏ ਨੂੰ ਦੁਬਾਰਾ ਸੱਤਾ 'ਚ ਕਿਸੇ ਸੂਰਤ ਵਿੱਚ ਨਹੀਂ ਆਉਣ ਦੇਣਾ। ਜਾਂ ਇੰਝ ਕਹਿ ਲਓ, ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਦੀ ਹੋਂਦ, ਉਹਨਾਂ ਦਾ ਬਚਾਅ ਇਹ ਵਿਰੋਧੀ ਆਵਾਜ਼ਾਂ ਦਾ, ਇੱਥੋਂ ਦੀ ਦੇਸ਼ ਦੀ ਡੈਮੋਕ੍ਰੇਸੀ ਦਾ, ਦੇਸ਼ ਦੇ ਸੰਵਿਧਾਨ ਦਾ, ਦੇਸ਼ ਦੇ ਵਿਕਾਸ ਦੀ ਧਾਰਾ ਦਾ, ਗਰੀਬਾਂ ਦਾ, ਦਲਿਤਾਂ ਦਾ, ਆਦੀਵਾਸੀਆਂ ਦਾ ਤਾਂ ਹੀ ਬਚਾਅ ਆ ਜੇ ਇਸ ਨੂੰ ਸੱਤਾ ਨੂੰ ਹੋਣ ਵਾਲੀ ਨੂੰ ਐਨਡੀਏ ਨੂੰ ਪਲਟਾ ਕੇ ਰੱਖਾਂਗੇ ਤੇ ਨਵੀਂ ਸੱਤਾ ਆਊਗੀ। ਹੁਣ ਜਦੋਂ ਇਹ ਮਕਸਦ ਇਹੋ ਜਿਹਾ ਹੋਵੇ ਇੱਕ ਮਨ ਦੇ ਵਿੱਚ ਗੁਰਦੀਪ, ਤਾਂ ਕੁਦਰਤੀ ਹੈ ਕਿ ਇੱਕ ਨੈਸ਼ਨਲ ਲੈਵਲ ਤੇ ਕੋਆਰਡੀਨੇਸ਼ਨ ਬਣਿਆ ਰਹੂ। ਇੱਕ ਇੰਜ ਤੁਸੀਂ ਸਮਝੋ, ਇਹ ਅਲਾਇੰਸ ਵੀ ਨਹੀਂ ਕਹਿਣਾ ਚਾਹੀਦਾ ਸੀ ਜੀ, ਇਹਨੂੰ ਕਹਿਣਾ ਚਾਹੀਦਾ ਸੀਗਾ ਕੋਆਰਡੀਨੇਸ਼ਨ ਕਮੇਟੀ, ਆਲ ਇੰਡੀਆ ਕੋਆਰਡੀਨੇਸ਼ਨ ਕਮੇਟੀ। ਇਹ ਜਿਹੜੀਆਂ ਪਾਰਟੀਆਂ ਭਾਵੇਂ ਉਹ ਰੀਜਨਲ ਆ ਭਾਵੇਂ ਨੈਸ਼ਨਲ ਆ, ਇਹਨਾਂ ਦਾ ਇੱਕ ਸੋਲ ਪਰਪਸ ਹੈ, ਇੱਕੋ ਮਕਸਦ ਹੈ ਕਿ ਵੋਟਾਂ ਸਪਲਿਟ ਨਹੀਂ ਹੋਣ ਦੇਣੀਆਂ। ਵੱਧ ਤੋਂ ਵੱਧ 1 to 1 ਜਿਹੜੀ ਆਪਸ ਵਿੱਚ ਟੱਕਰਬਾਜ਼ੀ ਕਿਵੇਂ ਹੋ ਜਾਏ, ਵੀ ਇਹ ਲੜਾਈ ਆਮਣੇ ਸਾਹਮਣੇ ਹੋਵੇ। ਕਾਰਨ ਇਹ ਹੈ ਕਿ ਪਿਛਲੀ ਵਾਰੀ ਵੀ ਬੀਜੇਪੀ ਨੇ ਜਦੋਂ 303 ਸੀਟਾਂ ਲਈਆਂ ਤੇ ਇਹਨਾਂ ਨੂੰ ਵੋਟਾਂ ਪਤਾ ਕਿੰਨੀਆਂ ਸੀ? 34%। ਜੀ, ਬੀਜੇਪੀ ਦੀ ਮੈਂ ਗੱਲ ਕਰ ਰਿਹਾ। ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਕੋਲ ਤੇ ਅੱਧੋਂ ਵੱਧ ਤੇ ਵੋਟਾਂ ਪਹਿਲਾਂ ਹੀ ਪਿਛਲੀ ਵਾਰੀ ਵੀ ਸੀਗੀਆਂ। ਜੇ ਉਹ ਆਮਣੇ ਸਾਹਮਣੇ ਹੋ ਜਾਣ ਤੇ ਇਹਨਾਂ ਦਾ ਤੇ ਹੁੰਜਾ ਫੇਰ ਦੇਣਗੇ, ਇਹਨਾਂ ਨੂੰ ਤੇ ਜੜੋਂ ਪੱਟ ਕੇ ਸੁੱਟ ਦੇਣਗੇ। ਮਗਰੋਂ ਭਾਵੇਂ 10 ਸਾਲ ਨਾਲ ਪੈਰ ਲੱਗਣੇ, 2050 ਤੱਕ ਸੋਚਦੇ ਵੀ ਅਸੀਂ ਜਾਣਾ ਨਹੀਂ। ਇਸ ਲਈ ਉਹਨਾਂ ਦਾ ਇਹ ਤਾਲਮੇਲ ਕੋਈ ਵਿਚਾਰਧਾਰਕ ਮਰਜਰ ਨਹੀਂ ਹੈਗਾ, ਕੋਈ ਕਾਮਨ ਮਿਨੀਮਮ ਪ੍ਰੋਗਰਾਮ ਵੀ ਉਹੋ ਜਿਹਾ ਜਿਹੋ ਜਿਹੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਡੈਮੋਕ੍ਰੇਸੀ ਬਚਾਉਣੀ, ਬੇਸਿਕਲੀ ਲੋਕ ਆਵਾਜ਼ ਬਚਾਉਣੀ ਜਾਂ ਲੋਕ ਵਿਕਾਸ ਬਚਾਉਣਾ, ਇਸ ਕਿਸਮ ਦਾ। ਤਾਂ ਗੁਰਦੀਪ, ਇਸ ਲਈ ਇਹ ਜਿਹੜੀਆਂ ਪਾਰਟੀਆਂ ਇਕੱਠੀਆਂ ਹੋਈਆਂ ਉਹਨਾਂ ਦਾ ਆਪੋ ਆਪਣੇ ਸੂਬਿਆਂ 'ਚ, ਖਾਸ ਕਰ ਰੀਜਨਲ ਪਾਰਟੀਆਂ ਦਾ ਇਸੇ ਹੀ ਘਰ 'ਚ ਇਕੱਠੇ ਹੋ ਕੇ ਵੀ ਉੱਥੇ ਵਖਰੇਵੇਂ ਰਹਿਣਗੇ ਜੀ, ਔਰ ਬੜੇ ਵੱਡੇ ਵਖਰੇਵੇਂ ਹੋਣਗੇ ਤੇ ਕਈ ਜਗ੍ਹਾ ਤੇ ਉਹ ਇੱਕ ਦੂਜੇ ਨਾਲ ਕਨਫਰੰਟੇਸ਼ਨ ਵੀ ਹੋਊਗੀ। ਪਰ ਇਹ ਇਹਨਾਂ ਨੂੰ ਪਤਾ, ਇਹ ਇਹਨਾਂ ਨੇ ਮੰਨ ਲਿਆ ਹੋਇਆ। ਮੰਨ ਲੈ, ਹੁਣ ਪੰਜਾਬ ਦੇ ਵਿੱਚ ਅੱਜ ਹੀ ਰਾਜਾ ਵੜਿੰਗ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਨੇ ਮੀਟਿੰਗ ਕੀਤੀ, ਪ੍ਰੈਸ ਕਾਨਫਰੰਸ ਕੀਤੀ, ਔਰ ਉਹਨਾਂ ਨੇ ਠੋਕ ਕੇ ਕਿਹਾ ਕਿ ਸਾਡਾ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਹੈਗੀ ਹੈ, ਉਹਦੀ ਸਿੱਧੀ ਅਪੋਜੀਸ਼ਨ ਪੰਜਾਬ ਦੇ ਵਿੱਚ ਕਾਂਗਰਸ ਰੱਖੂਗੀ, ਰਹੇਗੀ, ਹੈ, ਤੇ ਇਹ ਅਸੀਂ
ਆਮਣੇ ਸਾਹਮਣੇ ਖੜੇ ਰਹਾਂਗੇ। ਅਸੀਂ ਲੀਡਰ ਆਫ ਆਪੋਜੀਸ਼ਨ ਦਾ ਰੋਲ ਨਿਭਾਵਾਂਗੇ। ਸਾਡਾ ਕੋਈ ਇੱਥੇ ਕਿਸੇ ਕਿਸਮ ਦਾ ਕੋਆਰਡੀਨੇਸ਼ਨ ਜਾਂ ਸਾਡਾ ਇਹਨਾਂ ਦੇ ਨਾਲ ਕੰਪਰੋਮਾਈਜ਼ ਜਾਂ ਅਸੀਂ ਇੱਕੋ ਪਾਸੇ ਰੂਲਿੰਗ ਦੇ ਬਹਿ ਜਾਈਏ, ਇਹ ਨਹੀਂ ਹੈਗਾ। ਅਸੀਂ ਇੱਥੇ ਵਿਰੋਧੀ ਧਿਰ ਦੇ ਤੌਰ ਤੇ ਹੀ ਕਾਂਗਰਸ ਨੇ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਵਿਚਰਾਂਗੇ। ਹੁਣ ਇਹਦਾ ਅਰਥ ਕੀ ਹੈ, ਮੈਂ ਤੁਹਾਨੂੰ ਹੁਣੇ ਗੱਲ ਵੀ ਸਮਝਾ, ਮਤਲਬ ਜੋ ਮੈਨੂੰ ਸਮਝ ਰਹੀ ਹੈ, ਸਮਝ ਪੈ ਰਹੀ, ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦਾ। ਉਹਦੇ 'ਚ ਇਹ ਹੈ ਕਿ ਇੱਥੇ ਹੋਂਦ ਹੀ ਇਹਨਾਂ ਦੀ ਦੋਵਾਂ ਦੀ ਇਸ ਗੱਲ ਤੇ ਟਿਕੀ ਹੋਈ ਹੈ। ਤੁਸੀਂ ਇੱਕ ਦੂਜੇ ਦੀ ਵਿਰੋਧਤਾ ਇਸ ਕਰਕੇ ਤਾਂ ਨਹੀਂ ਨਾ ਛੱਡ ਸਕਦੇ, ਇੱਥੇ ਦੇ ਮਸਲੇ ਹੈਗੇ ਆ। ਹੁਣ ਅੱਜ ਦੀ ਤਰੀਕ ਦੇ ਵਿੱਚ ਜੇ ਹੁਣ ਆਮ ਆਦਮੀ ਪਾਰਟੀ ਕਹੂਗੀ ਕਿ ਸਾਨੂੰ ਤੇ ਪਈਆਂ ਜੀ 42% ਵੋਟਾਂ, ਸਾਨੂੰ ਮਿਲੇ 92 MLA, ਇਸ ਕਰਕੇ ਸਾਨੂੰ ਤੇ 92 MLA ਦੇ ਰੇਟ ਦੇ ਨਾਲ ਪਾਰਲੀਮੈਂਟ ਦੀਆਂ ਸੀਟਾਂ ਅਲਾਟ ਕਰ ਦਿਓ। ਇਹ ਕਿਵੇਂ ਮੰਨਣਗੇ ਕਾਂਗਰਸ? ਉਹਨਾਂ ਨੂੰ ਇਹ ਪਤਾ ਕਿ ਜਿਹੜੀਆਂ 42% ਵੋਟਾਂ ਇਹਨਾਂ ਨੂੰ ਮਿਲੀਆਂ, ਉਹਨਾਂ ਦੀ ਪਰਸੈਪਸ਼ਨ ਹੈ ਕਿ ਇਸ ਵੇਲੇ ਉਹ ਜੇ 22 ਨਹੀਂ ਤੇ 30% ਦੇ ਨੇੜੇ ਤੇੜੇ ਰਹਿ ਗਈਆਂ ਹੋਣਗੀਆਂ। ਤੇ ਇਸ ਲਈ ਅਸੀਂ ਉਹਨਾਂ ਨੂੰ ਜੇ ਦੇ ਸਕਦੇ ਹਾਂ, ਜੇ ਸਮਝੌਤੇ 'ਚ ਦੇਵਾਂਗੇ ਤੇ 3 ਦੇਵਾਂਗੇ ਜੀ, ਜਾਂ ਵੱਧ ਤੋਂ ਵੱਧ 4 ਦੇਵਾਂਗੇ, ਨਹੀਂ ਤਾਂ ਅਸੀਂ ਸਾਰੀਆਂ ਲੜਾਂਗੇ ਤੇ ਇਹਨਾਂ ਨੂੰ ਦੇਖਾਂਗੇ ਮੈਦਾਨ ਦੇ ਵਿੱਚ। ਇਹੀ ਕੰਡੀਸ਼ਨ, ਇਹ ਕੈਲਕੂਲੇਸ਼ਨ ਹੈ ਨਾ ਆਪਣੀਆਂ ਜਿਹੜੀ ਅੱਜ ਤੋਂ ਸਾਲ ਪਹਿਲਾਂ ਜਾਂ 5 ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਦੀ ਸਿਚੁਏਸ਼ਨ ਆ, ਉਹ ਅੱਜ ਤੇ ਨਹੀਂ ਹੈ। ਜਦੋਂ ਅਲਾਇੰਸ ਬਣ ਗਿਆ ਉਹਦੇ 'ਚ ਲੋਕਾਂ ਨੇ ਹੋਰ ਤਰ੍ਹਾਂ ਸੋਚਣਾ, ਸੂਬੇ ਬਾਰੇ ਲੋਕ ਹੋਰ ਤਰ੍ਹਾਂ ਸੋਚਦੇ ਕਿ ਕਿਹਨੂੰ ਲੀਡਰ ਬਣਾਉਣਾ, ਕੇਂਦਰ 'ਚ ਲੋਕ ਹੋਰ ਤਰ੍ਹਾਂ ਸੋਚਦੇ ਆ, ਕੇਂਦਰ ਦੇ ਵਿੱਚ ਕਿਹੜਾ ਲੀਡਰ ਹੋਵੇ ਉਸ ਨੂੰ ਅਲੱਗ ਵੋਟਾਂ ਪਾਉਂਦੇ। ਮੈਂ ਦੂਜੀ ਐਗਜ਼ਾਮਪਲ ਦਿੰਦਾ, 2 ਵਾਰੀ ਵੱਡੇ ਪੱਧਰ ਤੇ ਸਰਕਾਰ ਆਮ ਆਦਮੀ ਪਾਰਟੀ ਦਿੱਲੀ 'ਚ ਬਣਾ ਚੁੱਕੀ ਹੈ, ਪਰ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਦਾ ਆਉਂਦਾ ਤਾਂ ਉਦੋਂ ਉਹ ਬੀਜੇਪੀ ਦੇ ਸਾਹਮਣੇ ਬਿਲਕੁਲ ਨਹੀਂ ਖੜੀ ਹੁੰਦੀ। ਤੇ ਸੱਤੇ ਦੀਆਂ ਸੱਤੇ ਪਿਛਲੀ ਵਾਰੀ ਸੀਟਾਂ ਜਿਹੜੀਆਂ ਬੀਜੇਪੀ ਲੈ ਗਈ। ਇਹਦਾ ਮਤਲਬ ਇਹ ਹੈ ਕਿ ਜਿਹੜੀ ਲੋਕਾਂ ਦੀ ਚੁਆਇਸ ਲੋਕਲ ਲੈਵਲ ਤੇ ਆ, ਉਹ ਆਮ ਆਦਮੀ ਪਾਰਟੀ ਹੈ ਜੀ, ਮਤਲਬ ਅਸੈਂਬਲੀ ਦੇ ਵਿੱਚ, ਤੇ ਕੇਂਦਰ ਦੇ ਵਿੱਚ ਉਹ ਚਾਹੁੰਦੇ ਆ ਕਿ ਪਿਛਲੀ ਵਾਰੀ ਚਾਹੁੰਦੇ ਸੀ ਕਿ ਮੋਦੀ ਆਏ। ਇਹੋ ਹੀ ਹਾਲਤ ਇਸ ਵਾਰੀ ਹੋਊਗੀ। ਇਹ ਫਰਕ ਰਹਿਣਗੇ, ਪਰ ਉਹ ਫਰਕਾਂ ਨੂੰ ਸੂਬਿਆਂ ਦੇ ਪੱਧਰ ਤੇ, ਰੀਜਨ ਦੇ ਪੱਧਰ ਦੇ ਉੱਤੇ ਹੱਲ ਕਰ ਲਿਆ ਜਾਊਗਾ। ਇਹ ਸਨ ਅੱਜ ਦੇ ਮੁੱਦੇ। ਪ੍ਰੈਸ ਸਾਹਿਬ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚਾਉਣ ਲਈ। ਬਹੁਤ ਬਹੁਤ ਸ਼ੁਕਰੀਆ। ਅਗਲੇ ਪ੍ਰੋਗਰਾਮ 'ਚ ਕਿਸੇ ਹੋਰ ਵਿਸ਼ੇ ਤੇ ਚਰਚਾ ਕਰਾਂਗੇ। ਜਦ ਤੱਕ ਜੁੜੇ ਰਹਿਣ ਲਈ ਧੰਨਵਾਦ। ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ। ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ, ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ।